ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਸਿਮਰਿਆ ਜਨਮ ਬਿਗਨ ਕੇ ਨਾਸ਼ਕ ਬਿਗਨਨ ਸ੍ਰੀ ਗੁਰੂ ਹਰਿਗੋਬਿੰਦ ਸ਼ੁਭ ਸਮਤ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਉ ਤਰ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਨਿਓ ਮਾਤ ਉਪਦੇਸ਼ ਬਿਸਾਲਾ। ਹਿਰਦੈ ਤੀਰ ਧਰੀ ਤੈ ਕਾਲਾ। ਤੂਰਨ ਤ੍ਰਿਨ ਸਮ ਪੁਰ ਕੋ ਤਿਆਗੀ। ਮਧੂਬਨ ਕੋ ਗਮਨਿਓ ਵੱਡ ਭਾਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਇ। ਐਸੇ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ 10 ਪਾਤਸ਼ਾਹੀਆਂ ਕੇ ਆਤਮਕ ਸਵਰੂਪ ਸਰਵਰੇ ਕਾਇਨਾਤ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਨ ਗੁਰੂ ਕੀ ਪਿਆਰੀ ਗੁਰੂ ਕੀ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਤੰਤਾ ਦੇ ਯੋਗ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ।
ਰੱਬੀ ਬਾਣੀ ਦੇ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਮਨੁੱਖਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹੋ। ਬਹੁਤ ਹੀ ਵਸਤ ਦੇ ਵਿੱਚ ਗੁਰੂ ਕੇ ਕੀਰਤਨੀਏ ਰੱਬੀ ਬਾਣੀ ਦੇ ਸ਼ਬਦ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਆਪ ਸਮੁੱਚੀਆਂ ਸੰਗਤਾਂ ਬਹੁਤ ਹੀ ਪ੍ਰੇਮ ਸਹਿਤ ਗੁਰੂ ਕੇ ਕੀਰਤਨੀਆਂ ਪਾਸੋਂ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਜੋ ਲੜੀਵਾਰ ਕਥਾ ਸਮੇਂ ਦੇ ਅਵਤਾਰਾਂ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਧਰੁਵ ਮੰਡਲ ਵਿੱਚ ਪਹੁੰਚਦੇ ਨੇ ਤਾਂ ਭਾਈ ਮਰਦਾਨਾ ਜੀ ਨੇ ਧਰੁਵ ਭਗਤ ਜੀ ਦੀ ਕਥਾ ਦੇ ਸੁਣਾਉਣ ਬਾਬਤ ਕਿਹਾ, ਧਰੁਵ ਬਾਬਤ ਜੀ ਬਾਰੇ ਗੁਰੂ ਸਾਹਿਬ ਜੀ ਆਪ ਜੀ ਦੱਸਣਾ ਕਰੋ। ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਉਹ ਤਾਨਪਦ ਰਾਜਾ, ਉਹਦੀਆਂ ਦੋ ਰਾਣੀਆਂ ਸਨ, ਸੁਰਿਚਾ ਤੇ ਸੁਨੀਤਾ, ਜਿਨ੍ਹਾਂ ਦੇ ਵਿੱਚੋਂ ਇੱਕ ਰਾਣੀ ਸੁਰਿਚਾ ਦੇ ਨਾਲੋਂ ਬਹੁਤ ਪਿਆਰ ਸਨੇਹ ਕਰਦਾ ਸੀ, ਪਰ ਸੁਨੀਤਾ ਨੂੰ ਨਹੀਂ ਸੀ ਪੁੱਛਦਾ। ਸੁਨੀਤਾ ਦਾ ਪੁੱਤਰ ਸੀ ਧਰੁਵ। ਇੱਕ ਦਿਨ ਖੇਡਦਾ ਖੇਡਦਾ ਧਰੁਵ ਪਿਤਾ ਦੀ ਗੋਦ ਵਿੱਚ ਜਾ ਬੈਠਾ। ਧਰੁਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਭਗਤ ਭਾਈ ਗੁਰਦਾਸ ਜੀ। ਮਤਰੇਈ ਮਾਂ ਸੁਰਿਚਾ ਨੇ ਜਦੋਂ ਵੇਖਿਆ ਕਿ ਧਰੁਵ ਪਿਤਾ ਦੀ ਗੋਦ ਵਿੱਚ ਬੈਠਾ ਤੇ ਬਾਂਹ ਤੋਂ ਪਕੜ ਕੇ ਉਠਾਲ ਦਿੱਤਾ, ਕਹਿਣ ਲੱਗੀ ਕਿ ਜੇ ਪਿਤਾ ਦੀ ਗੋਦ ਦਾ ਆਨੰਦ ਮਾਣਨਾ ਤਾਂ ਮੇਰੇ ਕੁੱਖ ਤੋਂ ਜਨਮ ਲੈਣਾ ਸੀ। ਤਾਂ ਧਰੁਵ ਉਸੇ ਵਕਤ ਮਤਰੇਈ ਮਾਂ ਦੇ ਇਹ ਬੋਲ ਸੁਣ ਕੇ ਆਪਣੀ ਮਾਤਾ ਦੇ ਕੋਲ ਆਇਆ ਤੇ ਪੁੱਛਣ ਲੱਗਾ ਕਿ ਕੀ ਕਾਰਨ ਹੈ, ਮੈਨੂੰ ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚੋਂ ਉਠਾਲ ਦਿੱਤਾ। ਮੈਨੂੰ ਕਿਹੜਾ ਉਹ ਉਦਮ ਕਰਨਾ ਚਾਹੀਦਾ ਜਿਹਦੇ ਨਾਲ ਮੈਂ ਪਿਤਾ ਦੀ ਗੋਦ ਦਾ ਆਨੰਦ ਮਾਣ ਸਕਾਂ, ਮੈਨੂੰ ਇਹ ਰਾਜ ਭਾਗ ਮਿਲ ਸਕੇ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ, ਪਰਮੇਸ਼ਰ ਆਰਾਧੀਐ ਜਿਦੋਂ ਹੋਈਐ ਪਤਤ ਪੁਨੀਤਾ। ਤਾਂ ਮਾਂ ਕਹਿਣ ਲੱਗੀ ਕਿ ਬਿਲਕੁਲ ਮਤਰੇਈ ਮਾਂ ਨੇ ਜੋ ਬੋਲ ਕਹੇ ਨੇ ਉਹ ਠੀਕ ਨੇ। ਬਿਨਾਂ ਕਰਮਾਂ ਤੋਂ ਸੁੱਖ ਦੀ ਪ੍ਰਾਪਤੀ ਨਹੀਂ, ਬਿਨਾਂ ਕਰਮਾਂ ਤੋਂ ਰਾਜ ਭਾਗ ਨਹੀਂ ਮਿਲਦਾ। ਤੇ ਜੇ ਤੂੰ ਰਾਜ ਭਾਗ ਮਾਨਣਾ ਚਾਹੁੰਦਾ, ਪ੍ਰਾਪਤ ਕਰਨਾ ਚਾਹੁੰਦਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰ, ਉਹਦਾ ਸਿਮਰਨ ਕਰ, ਜਿਹਦੇ ਸਿਮਰਨ ਕਰਨ ਦੇ ਨਾਲ ਜਿਹੜੇ ਵੈਰੀ ਨੇ ਉਹ ਵੀ ਮਿੱਤਰ ਬਣ ਜਾਂਦੇ ਨੇ। ਰਾਜ ਭਾਗ ਜੋ ਮਨ ਵਿੱਚ ਕਾਂਖਾ ਹੋਵੇ ਉਹ ਪੂਰੀ ਹੋ ਜਾਂਦੀ ਹੈ। ਹੁਣ ਇੱਥੋਂ ਮਾਤਾ ਦਾ ਉਪਦੇਸ਼ ਸੁਣ ਕੇ ਧਰੁਵ ਜੀ ਭਗਤੀ ਕਰਨ ਵਾਸਤੇ ਕਿਵੇਂ ਘਰ-ਬਾਰ ਤਿਆਗ ਕੇ ਚੱਲਦੇ ਨੇ, ਆਓ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨਿਓ ਮਾਤਿ ਉਪਦੇਸ਼ ਵਿਸਾਲਾ। ਜਦੋਂ ਇਸ ਪ੍ਰਕਾਰ ਦੇ ਨਾਲ ਧਰੂ ਨੂੰ ਇਹਨਾਂ ਦੀ ਮਾਤਾ ਨੇ ਸ਼ੁਭ ਉਪਦੇਸ਼ ਜਿਹੜਾ ਸੀ ਉਹ ਦਿੱਤਾ ਕਿ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ, ਪਰਮੇਸ਼ਰ ਦੀ ਇਬਾਦਤ ਕਰਨ ਦੇ ਨਾਲ ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜੇ ਤੂੰ ਰਾਜ ਭਾਗ ਮੰਨਣਾ ਚਾਹੁੰਦਾ, ਪ੍ਰਾਪਤ ਕਰਨਾ ਚਾਹੁੰਦਾ ਤੇ ਪ੍ਰਭੂ ਦੀ ਬੰਦਗੀ ਕਰ, ਸਿਮਰਨ ਕਰ। ਹੁਣ ਮਾਤਾ ਦਾ ਇਹ ਸ਼ੁਭ ਉਪਦੇਸ਼ ਇਸ ਪ੍ਰਕਾਰ ਦੇ ਨਾਲ ਜਦੋਂ ਧਰੂ ਜੀ ਨੇ ਸੁਣਿਆ, ਹਿਰਦੇ ਤੀਰ ਤਰੀ ਤੈ ਕਾਲਾ। ਤੇ ਮਨ ਅੰਦਰ ਹੁਣ ਉਸੇ ਵਕਤ ਧੀਰਜ ਧਾਰ ਲਿਆ, ਮਨ ਨੂੰ ਧੀਰਜ ਆ ਗਿਆ ਜਦੋਂ ਮਾਤਾ ਨੇ ਉਪਦੇਸ਼ ਦਿੱਤਾ ਕਿ ਬਿਨਾਂ ਕਰਮਾਂ ਤੋਂ ਸੁੱਖਾਂ ਦੀ ਪ੍ਰਾਪਤੀ ਨਹੀਂ, ਸ਼ੁਭ ਕਰਮ ਕਰਨੇ ਪੈਂਦੇ ਨੇ। ਸ੍ਰੇਸ਼ਟ ਕਰਮ ਕਰਨ ਦੇ ਨਾਲ ਹੀ ਸੁੱਖ ਮਿਲਦਾ ਹੈ। ਤਾਂ ਇਹ ਸੁਣ ਕੇ ਮਨ ਦੇ ਅੰਦਰ ਧੀਰਜ ਧਾਰਨ ਕੀਤਾ ਹੈ। ਤੂਰਨ ਤ੍ਰਿਨ ਸਮਪੁਰ ਕੋ ਤਿਆਗੀ। ਉਸੇ ਵਕਤ ਮਾਤਾ ਦਾ ਉਪਦੇਸ਼ ਸੁਣ ਕੇ ਧਰੂ ਜੀ ਨੇ ਉਸੇ ਵਕਤ ਜਿਹੜਾ ਸੀ ਘਰ-ਬਾਰ, ਸ਼ਹਿਰ ਜਿਹੜਾ ਸੀ ਉਹ ਛੱਡ ਦਿੱਤਾ, ਤਿਆਗ ਦਿੱਤਾ ਹੈ। ਮਧੂਬਨ ਕੋ ਗਮਨਿਓ ਵਡ ਭਾਗੀ। ਵੱਡੇ ਭਾਗਾਂ ਵਾਲੇ ਧਰੂ ਜੀ ਉਸ ਪਰਮੇਸ਼ਰ ਦੀ ਇਬਾਦਤ ਕਰਨ ਲਈ, ਭਗਤੀ ਕਰਨ ਦੇ ਲਈ ਮਧੂਬਨ, ਇਹ ਮਥੁਰਾ ਦੇ ਨੇੜੇ ਜਮਨਾ ਦੇ ਕਿਨਾਰੇ ਤੇ ਇੱਕ ਜੰਗਲ ਹੈ, ਮਧੂਬਨ ਜੰਗਲ। ਉਹ ਮਧੂਬਨ ਜੰਗਲ ਦੇ ਵਿੱਚ ਭਗਤੀ ਕਰਨ ਲਈ, ਪਰਮੇਸ਼ਰ ਦੀ ਇਬਾਦਤ ਕਰਨ ਦੇ ਲਈ ਚੱਲ ਪਏ ਹਨ। ਨਾਰਦ ਸੁਨ ਕਰ ਸਭ ਬਿਰਤੰਤਾ। ਹੁਣ ਇਧਰੋਂ ਨਾਰਦ ਜੀ ਨੇ ਸਾਰਾ ਬਿਰਤਾਂਤ ਸੁਣਿਆ ਕਿ ਧਰੂ ਦੇ ਨਾਲ ਇਸ ਤਰ੍ਹਾਂ ਹੋਣ ਦੇ ਨਾਲ ਮਤਰੇਈ ਵੱਲੋਂ ਅਜਿਹਾ ਸਲੂਕ ਕਰਨ ਦੇ ਕਾਰਨ ਛੋਟੀ ਉਮਰ ਦਾ ਬਾਲਕ, ਜਿਹਦੀ ਉਮਰ ਤਕਰੀਬਨ 5 ਸਾਲ ਹੈ, ਉਹ ਭਗਤੀ ਕਰਨ ਵਾਸਤੇ ਜੰਗਲ ਵੱਲ ਨੂੰ ਚੱਲ ਪਿਆ ਹੈ। ਸਾਰਾ ਜਿਹੜਾ ਬਿਰਤਾਂਤ ਨਾਰਦ ਜੀ ਨੇ ਸੁਣਿਆ ਹੈ। ਮਿਲਿਓ ਆਨ ਮਗ ਮਾਈ ਤੁਰੰਤਾ। ਤੇ ਹੁਣ ਤੁਰੰਤ ਉਧਰੋਂ ਨਾਰਦ ਜੀ ਵੀ ਚੱਲ ਪਏ। ਤੁਰੰਤ ਚੱਲ ਕਰਕੇ ਰਸਤੇ ਦੇ ਵਿੱਚ ਆਣ ਕੇ ਧਰੂ ਜੀ ਨੂੰ ਮਿਲੇ ਹਨ। ਧਰੁਵ ਮਨ ਕੀ ਲਖ ਕਰ ਰਿਖੀ ਰਾਈ। ਤੇ ਰਿਖੀ ਰਾਈ ਜਿਹੜੇ ਰਿਸ਼ੀਆਂ ਦੇ ਰਾਜੇ ਨਾਰਦ ਨੇ, ਜਿਹੜੇ ਧਰੂ ਦੇ ਮਨ ਦੇ ਸੀ, ਉਹ ਜਾਣਨਾ ਕੀਤੀ ਹੈ। ਸਿਰ ਪਰ ਕਰ ਪਰਸਿਓ ਹਿਤ ਲਾਈ। ਤੇ ਹੁਣ ਧਰੂ ਜੀ ਦੇ ਕੋਲ ਪਹੁੰਚ ਕੇ ਇਸ ਬਾਲਕ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਿਆ। ਧਰੂ ਜੀ ਨੂੰ ਪਿਆਰ ਕੀਤਾ ਹੈ ਨਾਰਦ ਜੀ ਨੇ। ਬਾਲ ਆਰ ਬਲ ਮ੍ਰਿਦੁਲ ਵਿਸ਼ਾਲਾ। ਤੇ ਵੇਖਿਆ ਕਿ ਧਰੂ ਦੀ ਉਮਰ ਬਹੁਤ ਛੋਟੀ ਹੈ, ਬਚਪਨ ਹੈ, ਬਾਲ ਅਵਸਥਾ ਹੈ। ਹਿਰਦਾ ਜਿਹੜਾ ਉਹ ਬਹੁਤ ਕੋਮਲ ਹੈ। ਸੁਨ ਬਿਮਾਤ ਬਚ ਪਾ ਉਰਸਾਲਾ। ਤੇ ਮਤਰੇਈ ਮਾਂ ਦੇ ਕਠੋਰ ਬੋਲ ਸੁਣ ਕੇ ਹਿਰਦੇ ਦਾ ਵਿੰਨਿਆ ਜਾਣਾ ਇੱਕ ਸੁਭਾਵਕ ਗੱਲ ਹੈ। ਬੱਚਾ ਜੇ ਉਹਨੂੰ ਕੋਈ ਪਿਆਰ ਕਰੇ ਤੇ ਬੱਚਾ ਉਸ ਪਿਆਰ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰਦਾ ਹੈ। ਤੇ ਜੇ ਬੱਚੇ ਨੂੰ ਕਿਤੇ ਝਿੜਕ ਦਈਏ ਤੇ ਬੱਚੇ ਦਾ ਕੋਮਲ ਹਿਰਦਾ ਜਿਹੜਾ ਹੈ ਉਹ ਵਿੰਨਿਆ ਜਾਂਦਾ ਹੈ। ਤੇ ਹੁਣ ਉਧਰ ਪਿਤਾ ਦੀ ਗੋਦ ਦਾ ਆਨੰਦ ਮਾਣ ਰਿਹਾ ਧਰੂ, ਤੇ ਮਤਰੇਈ ਮਾਂ ਨੇ ਬੋਲ ਕਬੋਲ ਬੋਲਦਿਆਂ ਬਾਹ ਤੋਂ ਫੜ ਕੇ ਗੋਦ ਵਿੱਚੋਂ ਬਾਹਰ ਕੱਢ ਦਿੱਤਾ। ਬੜੇ ਕਠੋਰ ਸ਼ਬਦ ਬੋਲੇ। ਤੇ ਹੁਣ ਉਹਨਾਂ ਕਠੋਰ ਸ਼ਬਦਾਂ ਦੇ ਨਾਲ ਧਰੂ ਜੀ ਦਾ ਹਿਰਦਾ ਵਿੰਨਿਆ ਜਾਣਾ ਸੁਭਾਵਕ ਹੈ, ਕਿਉਂਕਿ ਬਾਲ ਅਵਸਥਾ, ਹਿਰਦਾ ਬਹੁਤ ਕੋਮਲ ਹੈ। ਬਿਗਸਤ ਬਾਨੀ ਬਦਨ ਬਖਾਨੀ। ਇਸ ਪ੍ਰਕਾਰ ਦੇ ਨਾਲ ਬਿਗਸਤ ਬਾਨੀ ਬਦਨ ਬਖਾਨੀ ਜਿਹੜਾ ਸੀ ਬਾਲ ਅਵਸਥਾ ਦੇ ਵਿੱਚ, ਜਦੋਂ ਇਹ ਬਚਨ ਧਰੂ ਜੀ ਨੂੰ ਕਹਿਣਾ ਕਿਤੇ, ਉਹ ਜਿਹੜਾ ਹਿਰਦਾ ਸੀ ਉਹ ਖੇੜਾ ਦੇ ਵਿੱਚ ਆਇਆ ਹੈ। ਸਿਸ ਤਵ ਬੈ ਨਹਿ ਮਾਨੀ ਅਮਾਨੀ। ਕਹਿਣ ਲੱਗੇ
ਨਾਰਦ ਜੀ ਕਹਿਣ ਲੱਗੇ, ਹੇ ਬਾਲਕ, ਤੇਰੀ ਉਮਰ ਜਿਹੜੀ ਬਹੁਤ ਛੋਟੀ ਹੈ। ਇਸ ਉਮਰ ਦੇ ਵਿੱਚ ਤਾਂ ਜੇ ਆਦਰ ਮਿਲ ਗਿਆ ਤਾਂ ਕੋਈ ਗੱਲ ਨਹੀਂ, ਜੇ ਅਨਾਦਰ ਹੋ ਗਿਆ ਤਾਂ ਕੋਈ ਗੱਲ ਨਹੀਂ। ਇਹ ਉਮਰ ਤਾਂ ਆਦਰ ਅਨਾਦਰ ਦੀ ਪਹਿਚਾਨ ਨਹੀਂ ਕਰਦੀ, ਇਹਨਾਂ ਗੱਲਾਂ ਵਿੱਚ ਨਹੀਂ ਪੈਂਦੀ। ਖਾਨ ਪਾਨ ਖੇਲਨ ਰਸ ਰੀਤਾ। ਇਹ ਉਮਰ ਤਾਂ ਖੇਡਣ ਦੀ ਹੈ, ਖਾਣ ਪੀਣ ਦੀ ਹੈ, ਆਨੰਦ ਮਾਣਨ ਦੀ ਹੈ। ਜਿਹੜੀ ਧਰੂ ਜੀ, ਇਹ ਤੁਹਾਡੀ ਅਜੇ ਉਮਰ ਹੈ, ਛੋਟੀ ਬਾਲ ਅਵਸਥਾ ਹੈ। ਇਹ ਅਜੇ ਜਿਹੜੀ ਤੁਹਾਡੀ ਖਾਣ ਪੀਣ ਦੀ ਉਮਰ, ਖੇਡਣ ਦੀ ਉਮਰ ਹੈ। ਇਨੇ ਚਾਹ ਤੂੰ ਕਿਉਂ ਵਿਪਰੀਤਾ। ਤੇ ਇਸ ਲਈ ਤੂੰ ਇਹ ਸਾਰਾ ਕੁਝ ਛੱਡ ਕੇ ਕਿਉਂ ਉਲਟ ਰਸਤਾ ਧਾਰਨ ਕੀਤਾ? ਕਿਉਂਕਿ ਇਸ ਉਮਰ ਦੇ ਵਿੱਚ ਖੇਡ ਪਿਆਰੀ ਲੱਗਦੀ ਹੈ, ਖਾਣ ਪਾਣ ਚੰਗਾ ਲੱਗਦਾ ਹੈ, ਇਸ ਉਮਰ ਦੀਆਂ ਖੇਡਾਂ ਚੰਗੀਆਂ ਲੱਗਦੀਆਂ ਨੇ। ਉਹ ਸਾਰੀਆਂ ਨੂੰ ਤਿਆਗ ਕਰਕੇ, ਛੱਡ ਕਰਕੇ ਧਰੂ ਜੀ ਤੁਸੀਂ ਕਿਉਂ ਉਲਟ ਜਿਹੜੀ ਰੀਤ ਉਹ ਰਾਹ ਫੜਿਆ ਹੈ? ਅਬੇ ਗਿਆਨ ਕੀ ਨਸ ਪ੍ਰੀਹਾ। ਤੇ ਹੁਣੇ ਤੁਸੀਂ ਗਿਆਨ ਪ੍ਰਾਪਤ ਕਰਨ ਦੀ ਇੱਛਾ ਕਿਵੇਂ ਮਨ ਵਿੱਚ ਧਾਰਨ ਕਰ ਲਈ? ਕਿਉਂਕਿ ਉਮਰ ਬਹੁਤ ਛੋਟੀ ਹੈ। ਇਸ ਉਮਰ ਦੇ ਵਿੱਚ ਗਿਆਨ ਪ੍ਰਾਪਤ ਕਰਨ ਦੀ ਇੱਛਾ ਧਾਰਨ ਕਰਨੀ, ਇਹ ਤਾਂ ਜੀ ਬਾਲਪਨ, ਬਚਪਨ ਜਿਹੜਾ ਉਹ ਖੇਡਣ ਦਾ, ਹੱਸਣ ਖੇਡਣ ਦਾ, ਆਨੰਦ ਮਾਣਨ ਦਾ ਸਮਾਂ ਹੈ। ਪਰ ਇਸ ਉਮਰ ਦੇ ਵਿੱਚ ਗਿਆਨ ਨੂੰ ਪ੍ਰਾਪਤ ਕਰਨ ਦੀ ਇੱਛਾ ਤੁਸੀਂ ਕਿਵੇਂ ਧਾਰਨ ਕਰ ਲਈ? ਤਾਂ ਪਰ ਸੁਨੋ ਬਾਤ ਮਮ ਲੀਹਾ। ਤੇ ਕਹਿਣ ਲੱਗੇ, ਸੋ ਇਸ ਕਰਕੇ ਧਰੂ ਨੂੰ ਹੁਣ ਨਾਰਦ ਜੀ ਦੱਸ ਰਹੇ ਨੇ ਕਿ ਮੇਰੀ ਜਿਹੜੀ ਗੱਲ ਧਿਆਨ ਨਾਲ ਸੁਣੋ, ਜਿਹੜੇ ਭਗਤੀ ਕਰਨ ਦੀ ਜੋ ਮਰਿਆਦਾ ਹੈ ਉਹਦੇ ਬਾਬਤ ਸੁਣਨਾ ਕਰੋ। ਜਬ ਪ੍ਰਾਨੀ ਕੋ ਉਪਜੇ ਗਿਆਨਾ। ਹੁਣ ਧਰੂ ਨੂੰ ਦੱਸਣ ਲੱਗੇ ਨਾਰਦ ਜੀ। ਨਾਰਦ ਕਹਿਣ ਲੱਗਾ ਕਿ ਜਦੋਂ ਭਗਤੀ ਕਰਦੇ ਆ, ਪਰਮੇਸ਼ਰ ਦੀ ਬੰਦਗੀ ਕਰਦੇ ਆ, ਉਸ ਪ੍ਰਭੂ ਦੀ ਆਰਾਧਨਾ ਕਰਦੇ ਆ ਜੀਵ ਨੂੰ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ, ਹਿਰਦੇ ਵਿੱਚ ਗਿਆਨ ਉਪਜਦਾ ਹੈ। ਸ਼ਤਰੂ ਮਿੱਤਰ ਦੁੱਖ ਸੁਖ ਸਮਾਨਾ। ਤੇ ਜਿਹੜੇ ਉੱਥੇ ਜਾ ਕੇ ਤਾਂ ਫਿਰ ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰ ਆਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਣ ਵਾਲੀ ਅਵਸਥਾ ਬਣ ਜਾਂਦੀ ਹੈ। ਉੱਥੇ ਸ਼ਤਰੂ ਤੇ ਮਿੱਤਰ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਭੇਦ ਭਿੰਨ ਭਾਵ ਨਹੀਂ ਰਹਿ ਜਾਂਦਾ, ਭੇਦ ਭਾਵ ਖਤਮ ਹੋ ਜਾਂਦਾ ਹੈ ਤੇ ਦੁੱਖ ਤੇ ਸੁੱਖ ਇੱਕ ਸਮਾਨ ਹੋ ਜਾਂਦੇ ਨੇ। ਅਜਿਹੀ ਅਵਸਥਾ ਉੱਥੇ ਜਾ ਕੇ ਬਣ ਜਾਂਦੀ ਹੈ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਤਪ ਕਰਨ ਬਾਦ ਹੈ ਤੇਰੋ। ਇਸ ਕਰਨ ਲਈ ਤਪ ਕਰਨ ਬਾਦ ਹੈ ਤੇਰੋ, ਜਿਹੜਾ ਤੂੰ ਇਹ ਤਪ ਕਰਨ ਦਾ ਮਨ ਵਿੱਚ ਇੱਛਾ ਧਾਰਨ ਕੀਤੀ ਹੈ। ਹਟੋ ਜਾਓ ਗ੍ਰਹਿ ਕਰੋ ਬਸੇਰੋ। ਤੂੰ ਹੁਣ ਇਹ ਤਪ ਕਰਨ ਦੀ ਜਿਹੜੀ ਜਿੱਦ ਹੈ ਇਹਨੂੰ ਛੱਡ ਦੇ, ਇਹਨੂੰ ਛੱਡ ਕਰਕੇ ਜਾਓ ਘਰ ਦੇ ਵਿੱਚ ਸੁਖ ਦੇ ਸਹਿਤ ਵਸਣਾ ਕਰੋ। ਜੇ ਤੋ ਸੁਖ ਤੁਝ ਦੇ ਬਿਮਾਤਾ। ਜਿਹੜੀ ਤੁਹਾਡੀ ਮਤਰੇਈ ਮਾਂ ਹੈ, ਜਿੰਨਾ ਕੁ ਤੁਹਾਨੂੰ ਸੁਖ ਦਿੰਦੀ ਹੈ ਉਹਨਾਂ ਕੁ ਸੁਖ ਜਾ ਕੇ ਤੁਸੀਂ ਉਹ ਲੈ ਕੇ ਮਾਨਣਾ ਕਰੋ। ਤਿਤੋ ਜਾਏ ਭੋਗੋ ਹੈ ਤਾਤਾ। ਇਹ ਬਾਲਕ ਉਹਨਾਂ ਸੁਖ ਮਾਂ ਦੇ ਕੋਲੋਂ ਜਿੰਨਾ ਕੁ ਮਿਲੇ, ਜਿੰਨਾ ਕੁ ਪਿਆਰ ਕਰੇ, ਜਿੰਨਾ ਕੁ ਸੁਖ ਦੇਵੇ, ਉਹ ਪਿਆਰ ਨੂੰ, ਉਸ ਸੁਖ ਨੂੰ ਜਾ ਕੇ ਘਰ ਦੇ ਵਿੱਚ ਸੁਖ ਦੇ ਸਹਿਤ ਮਾਨਣਾ ਕਰੋ। ਕਰ ਸੰਤੋਖ ਰਹੋ ਕਰ ਮਾਈ। ਤੇ ਹਿਰਦੇ ਦੇ ਵਿੱਚ ਸੰਤੋਖ ਦੀ ਬਿਰਤੀ ਨੂੰ ਧਾਰਨ ਕਰਕੇ ਘਰ ਦੇ ਵਿੱਚ ਵਸਣਾ ਕਰੋ। ਆਹੋ ਵਤਸ ਬਨ ਕੁਛ ਸੁਖ ਨਾਈ। ਕਹਿਣ ਲੱਗੇ ਅਜੇ ਤੁਸੀਂ ਬਾਲਕ ਹੋ। ਧਰੂ ਨੂੰ ਕਹਿਣ ਲੱਗੇ ਬਾਲ ਅਵਸਥਾ, ਛੋਟੀ ਉਮਰ ਹੈ ਤੇ ਇਸ ਕਰਕੇ ਬਨ ਕੁਛ ਸੁਖ ਨਾਈ, ਜੰਗਲ ਦੇ ਵਿੱਚ ਜਾ ਕੇ ਸੁਖ ਨਹੀਂ ਮਿਲਣਾ। ਜੰਗਲ ਦੇ ਵਿੱਚ ਜਾ ਕੇ ਤਾਂ ਰਹਿਣਾ ਬਹੁਤ ਕਠਿਨ ਹੈ। ਜੰਗਲੀ ਜਾਨਵਰ ਨੇ, ਉੱਥੇ ਖਾਣ ਵਾਸਤੇ ਕੁਛ ਮਿਲਣਾ ਨਹੀਂ, ਸਰਦੀ ਦਾ ਗਰਮੀ ਦਾ ਮੌਸਮ ਹੋਣਾ ਹੈ। ਜੰਗਲ ਦੇ ਵਿੱਚ ਜਾ ਕੇ ਕੋਈ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ, ਉੱਥੇ ਦੁੱਖ ਹੀ ਪਹਿਲਾਂ ਸਹਿਣ ਕਰਨਾ ਪਵੇਗਾ। ਇਸ ਕਰਕੇ ਘਰ ਦੇ ਵਿੱਚ ਜਾ ਕੇ ਸੁਖ ਦੇ ਸਹਿਤ ਵਸਣਾ ਕਰੋ। ਜੋ ਤਵ ਜਨਨੀ ਕੀ ਨੇ ਉਪਦੇਸ਼ਾ। ਜਿਹੜਾ ਤੁਹਾਡੀ ਮਾਤਾ ਨੇ ਉਪਦੇਸ਼ ਤੁਹਾਨੂੰ ਦੇਣਾ ਕੀਤਾ ਹੈ। ਲੀਨ ਚਾਹੋ ਤੈ ਵੱਡੋ ਅੰਦੇਸ਼ਾ। ਤੇ ਜਦੋਂ ਤੁਸੀਂ ਵੱਡੇ ਹੋਵੋਗੇ, ਉਮਰ ਕਰਕੇ ਵੱਡੇ ਹੋ ਜਾਵੋਗੇ,
ਫਿਰ ਤੁਸੀਂ ਇਹ ਮਨ ਦੇ ਅੰਦਰ ਇੱਛਾ ਧਾਰਨ ਕਰਨੀ, ਭਗਤੀ ਕਰਨ ਦੇ, ਗਿਆਨ ਪ੍ਰਾਪਤ ਕਰਨ ਦੇ। ਖੋਜਤ ਜੈ ਕੋ ਮੁਨੀ ਜੁਗੇਸ਼ਰ। ਬੜੇ ਬੜੇ ਮੁਨੀ ਜੋਗੇਸ਼ਰ, ਜੋਗੀਆਂ ਦੇ ਜਿਹੜੇ ਈਸ਼ਵਰ ਮਾਲਕ ਨੇ ਵੱਡੇ, ਉਹਨਾਂ ਦੇ ਜੋਗੀਸ਼ਵਰ ਆਦਿਕ ਉਹ ਭਾਲ ਕਰਦਿਆਂ ਖੋਜਦਿਆਂ ਉਸ ਮਾਲਕ ਨੂੰ। ਦੁਰ ਆਰਾਧਿਆ ਸੋ ਲਖ ਪਰਮੇਸ਼ਰ। ਜਿਸ ਦੇ ਪ੍ਰਾਪਤੀ ਕਰਨੀ, ਆਰਾਧਨਾ ਕਰਨੀ ਬਹੁਤ ਕਠਿਨ ਹੈ। ਜਿਸ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਉਹਦੀ ਆਰਾਧਨਾ ਕਰਨੀ ਬਹੁਤ ਕਠਿਨ ਹੈ, ਬਹੁਤ ਕਠਿਨ ਮਾਰਗ ਹੈ। ਇਸ ਕਰਕੇ ਉਹ ਮੁਨੀ ਜਨ ਜਿਹੜੇ ਜੋਗੀਸ਼ਰ ਹਨ, ਉਹ ਵੀ ਜਿਹੜੇ ਭਾਲ ਕਰਦਿਆਂ ਤਪ ਤਾਪੈ ਤੀਬਰ ਚਿਰ ਕਾਲਾ। ਬੜਾ ਲੰਬਾ ਸਮਾਂ ਤਪ ਕਰਦੇ ਨੇ, ਤਪ ਸਾਧਨਾ ਸਾਧਦੇ ਨੇ, ਬਹੁਤ ਲੰਬਾ ਸਮਾਂ ਬੀਤ ਜਾਂਦਾ ਹੈ। ਇੱਥੋਂ ਤੱਕ ਕਿ ਕਈਆਂ ਦਾ ਕਿਸੇ ਨੂੰ ਪ੍ਰਾਪਤੀ ਇੱਕ ਦਿਨ ਵਿੱਚ ਵੀ ਹੋ ਜਾਂਦੀ ਹੈ, ਕਿਸੇ ਨੂੰ 1 ਸਾਲ ਵਿੱਚ, ਕਿਸੇ ਨੂੰ 10 ਸਾਲ, ਕਿਸੇ ਦੇ ਇੱਕ ਪੂਰਾ ਜੀਵਨ ਲੱਗ ਜਾਂਦਾ ਹੈ, ਜਨਮ, ਕਈਆਂ ਦੇ ਕਈ ਜਨਮ ਲੱਗ ਜਾਂਦੇ ਨੇ। ਇਸ ਕਰਕੇ ਬਹੁਤ ਲੰਬਾ ਸਮਾਂ ਸਾਰੇ ਬੜੀ ਕਠਿਨ ਘਾਲਣਾ ਘਾਲਦੇ, ਤਪ ਸਾਧਦੇ ਹਨ। ਕਰ ਹੈ ਜਤਨ ਅਨੇਕ ਵਿਸਾਲਾ। ਬੜੇ ਬੜੇ ਵਿਸ਼ਾਲ ਜਿਹੜੇ ਯਤਨ ਉਸ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਕਰਦੇ ਹਨ। ਤਦਪ ਨ ਪਾਵੇਂ ਫਿਰੇ ਖੁਜੰਤੇ। ਉਸ ਨੂੰ ਖੋਜਦੇ ਫਿਰਦੇ ਨੇ, ਪਰ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ, ਉਹਦੇ ਭੇਦ ਨੂੰ ਜਾਣ ਨਹੀਂ ਸਕਦੇ। ਚਰਨ ਕਵਲ ਪ੍ਰਭ ਸ਼੍ਰੀ ਭਗਵੰਤੇ। ਜਿਹੜੇ ਭਗਵੰਤ ਉਸ ਭਗਵਾਨ ਦੇ ਚਰਨ ਕਮਲਾਂ ਦੀ ਭਾਲ ਕਰਦੇ ਨੇ, ਖੋਜਦੇ ਨੇ, ਪਰ ਉਹ ਵੀ ਪ੍ਰਾਪਤ ਨਹੀਂ ਕਰ ਸਕਦੇ। ਖੋਜਦਿਆਂ ਥੱਕ ਜਾਂਦੇ ਹਨ। ਅਬ ਬੈ ਲਗੂ ਚਲੀਏ ਗ੍ਰਹਿ ਮਾਈ। ਇਸ ਕਰਕੇ ਤੁਹਾਡੀ ਉਮਰ ਬਹੁਤ ਛੋਟੀ ਹੈ, ਬਾਲ ਅਵਸਥਾ ਹੈ। ਇਹ ਹੱਠ ਛੱਡ ਕੇ, ਇਹ ਗਿਆਨ ਦਾ ਹੱਠ ਜਿਹੜਾ ਤੁਸੀਂ ਭਗਤੀ ਕਰਨ ਵਾਸਤੇ ਜਾ ਰਹੇ, ਉਹਨੂੰ ਛੱਡ ਕਰਕੇ ਘਰ ਦੇ ਵਿੱਚ ਸੁਖ ਦੇ ਸਹਿਤ ਵਸਣਾ ਕਰੋ। ਹੋਏ ਤਰੁਣ ਤਬ ਕਰ ਅਸ ਚਾਹੀ। ਤੇ ਜਦੋਂ ਤਰਨ ਜਵਾਨ ਹੋਵੋਗੇ, ਉਦੋਂ ਫਿਰ ਤੁਸੀਂ ਇਹ ਭਗਤੀ ਕਰਨ ਵਾਸਤੇ ਘਰ ਤੋਂ ਚੱਲ ਕੇ ਆਉਣਾ। ਉਦੋਂ ਭਗਤੀ ਕਰਨ ਦੀ, ਗਿਆਨ ਪ੍ਰਾਪਤ ਕਰਨ ਦੀ ਇੱਛਾ ਮਨ ਵਿੱਚ ਰੱਖਣਾ ਹੈ। ਸੁਨ ਮੁਨੀਵਰ ਬਾਣੀ ਰਸ ਸਾਨੀ। ਤੇ ਰਸ ਵਾਲੇ ਜਿਹੜੇ ਬਚਨ ਸਨ ਨਾਰਦ ਜੀ ਦੇ ਸੁਨੇ ਜਦੋਂ ਧਰੂ ਜੀ ਨੇ। ਬੋਲਿਓ ਧਰੁਵ ਜੋਰ ਜੁਗ ਪਾਨੀ। ਤੇ ਦੋਵੇਂ ਹੱਥ ਜੋੜ ਕੇ ਧਰੂ ਜੀ ਬੋਲੇ। ਜਦੋਂ ਨਾਰਦ ਜੀ ਨੇ ਕਿਹਾ ਨਾ, ਧਰੂ ਨੂੰ ਕਹਿਣ ਲੱਗੇ ਕਿ ਤੁਹਾਡੀ ਉਮਰ ਬਹੁਤ ਛੋਟੀ ਹੈ, ਬਾਲਪਨ ਹੈ, ਬਾਲ ਅਵਸਥਾ ਹੈ। ਇਸ ਉਮਰ ਦੇ ਵਿੱਚ ਤਾਂ ਖੇਡ ਪਿਆਰੀ ਹੁੰਦੀ ਹੈ, ਖਾਣ ਪਾਣ ਚੰਗਾ ਲੱਗਦਾ ਹੈ, ਤੇ ਖਾਣ ਪਾਣ ਛੱਡ ਕੇ, ਖੇਡਾਂ ਛੱਡ ਕੇ ਤੁਸੀਂ ਜਿਹੜਾ ਹੈ ਉਹ ਗਿਆਨ ਪ੍ਰਾਪਤੀ ਦੀ ਇੱਛਾ ਮਨ ਵਿੱਚ ਰੱਖੀ ਹੈ। ਇਸ ਕਰਕੇ ਇਹ ਜਿਹੜਾ ਰਸਤਾ ਛੱਡ ਕਰਕੇ ਘਰ ਦੇ ਵਿੱਚ ਸੁਖ ਦੇ ਸਹਿਤ ਜਾ ਕੇ ਵਸਣਾ ਕਰੋ। ਆਪ ਕਹਿਤ ਸਾਚੀ ਸਭ ਭਾਂਤੀ। ਇਸ ਪ੍ਰਕਾਰ ਦੇ ਨਾਲ ਧਰੂ ਜੀ ਨੇ ਜਦੋਂ ਇਹ ਬਚਨ ਕਹੇ ਭਗਤ ਨਾਰਦ ਜੀ ਨੇ, ਤੇ ਕਹਿਣ ਲੱਗੇ ਕਿ ਜੋ ਤੁਸੀਂ ਕਿਹਾ ਹੈ, ਕਹਿਤ ਸਾਚੀ ਸਭ ਭਾਂਤੀ, ਭਲੀ ਪ੍ਰਕਾਰ ਦੇ ਨਾਲ ਸੱਚ ਜੋ ਤੁਸੀਂ ਕਿਹਾ ਦੱਸਣਾ ਕੀਤਾ ਹੈ। ਤਦਪ ਨੋ ਮਾਉ ਮਨ ਮੈਂ ਵਿਖੇ ਗਡਾਤੀ। ਤੇ ਹੁਣ ਭਾਵੇਂ ਕਿ ਤੁਹਾਡੀ ਗੱਲ ਮਨ ਨੂੰ ਚੰਗੀ ਵੀ ਲੱਗਦੀ ਹੈ, ਪਰ ਜਿਹੜੇ ਮਾਂ ਦੇ ਕਹੇ ਹੋਏ ਬੋਲਾਂ ਦੇ, ਕਠੋਰ ਬੋਲਾਂ ਦੇ ਕਾਰਨ ਜਿਹੜਾ ਹਿਰਦਾ ਮੇਰਾ ਵਿੰਨਿਆ ਗਿਆ ਹੈ। ਮੈਂ ਕੁਪੁਰਖ ਬਹੁਰੇ ਅਗਿਆਤੀ। ਤੇ ਮੈਂ ਜੋ ਪੁਰਖ ਪਦ ਕਾਪੁਰਖ, ਮੇਰੇ ਕੋਲ ਕੋਈ ਬਹੁਤਾ ਗਿਆਨ ਨਹੀਂ, ਮੈਂ ਅਗਿਆਨੀ ਹਾਂ, ਤੁਛ ਮੇਰੀ ਬੁੱਧੀ ਹੈ। ਬਚ ਬਿਮਾਤ ਤੇ ਸੁਲਗਤ ਛਾਤੀ। ਜਿਹੜੇ ਮੇਰੇ ਮਿਤਰਈ ਮਾਂ ਨੇ ਮੈਨੂੰ ਕਠੋਰ ਸ਼ਬਦ ਕਹੇ ਨੇ, ਉਹਨਾਂ ਸ਼ਬਦਾਂ ਦੇ ਕਾਰਨ ਮੇਰੀ ਛਾਤੀ ਜਿਹੜੀ ਉਹ ਜਲ ਰਹੀ ਹੈ। ਦੁਖ ਤਰਿਦਾ ਸੁਨ ਗਿਰਾ ਕਠੋਰਾ। ਮਾਂ ਦੇ ਉਹ ਕਠੋਰ ਸ਼ਬਦ ਸੁਣ ਕੇ ਹਿਰਦਾ ਬੜਾ ਦੁਖ ਰਿਹਾ ਹੈ, ਹਿਰਦੇ ਨੂੰ ਬਹੁਤ ਵੱਡਾ ਦੁੱਖ ਪਹੁੰਚਿਆ ਹੈ। ਹਟਨੇ ਤ੍ਰਿਟ ਨਾ ਕਰੇ ਮਨ ਮੋਰਾ। ਹੁਣ ਪਿੱਛੇ ਹਟਣ ਨੂੰ, ਮੁੜਨ ਨੂੰ ਮੇਰਾ ਮਨ ਨਹੀਂ ਮੰਨਦਾ। ਤੁਮ ਪਰ ਹਿਤ ਕੇ ਹਿਤ ਸਦਾਈ। ਤੁਸੀਂ ਸਾਰਿਆਂ ਦੇ ਹਿੱਤ ਲਈ ਭਲੇ ਹਿੱਤ ਵਿਚਰਦੇ ਹੋ। ਸਰਬ ਥਾਨ ਵਿਚਰੋ ਰਿਖੀ ਜਾਈ। ਹੇ ਰਿਖੀ ਜੀ, ਨਾਰਦ ਜੀ, ਸਾਰੀਆਂ ਥਾਵਾਂ ਤੇ ਤੁਸੀਂ ਵਿਚਰਦੇ ਹੋ, ਸਭ ਦੇ ਭਲੇ ਹਿੱਤ ਵਿਚਰਦੇ ਹੋ। ਜੈ ਪਦ ਲੋ ਪਹੁੰਚਿਓ ਨਾ ਪਿਤਾਮਾ। ਕਹਿਣ ਲੱਗੇ ਜਿਹੜੀ ਪਦਵੀ ਤੇ ਮੇਰਾ ਦਾਦਾ ਵੀ ਨਹੀਂ ਪਹੁੰਚ ਸਕਿਆ,
ਮੇਰਾ ਪਿਤਾਮਾ ਜਿਹੜਾ ਦਾਦਾ ਹੈ, ਜਿਹੜੀ ਪਦਵੀ ਨੂੰ ਉਹਨਾਂ ਨੇ ਵੀ ਹਾਸਲ ਨਹੀਂ ਕੀਤਾ, ਤਾਂ ਪਦ ਕੀ ਇੱਛਾ ਅਬਿਰਾਮਾ। ਤੇ ਉਹ ਪਦ ਪ੍ਰਾਪਤ ਕਰਨ ਦੀ ਸੋਹਣੀ ਇੱਛਾ ਮੈਂ ਮਨ ਦੇ ਅੰਦਰ ਧਾਰਨ ਕੀਤੀ ਹੈ। ਜਿਹੜੀ ਪਦਵੀ ਨੂੰ, ਤੁਰਿਆ ਪਦਵੀ ਨੂੰ, ਜਿਹਨੂੰ ਮੇਰੇ ਦਾਦਾ ਜੀ ਵੀ ਪ੍ਰਾਪਤ ਨਹੀਂ ਕਰ ਸਕੇ, ਉਹ ਪਦਵੀ ਨੂੰ ਪ੍ਰਾਪਤ ਕਰਨ ਦੀ ਮਨ ਦੇ ਅੰਦਰ ਮੈਂ ਇੱਛਾ ਜਿਹੜੀ ਉਹ ਧਾਰਨ ਕੀਤੀ ਹੈ। ਸੋ ਮਾਰਗ ਮੁਝ ਦਿਓ ਬਤਾਈ। ਤੇ ਹੇ ਨਾਰਦ ਜੀ, ਉਹ ਮਾਰਗ ਜਿਹੜਾ ਹੈ, ਜਿਸ ਮਾਰਗ ਤੇ ਚੱਲ ਕੇ ਮੈਂ ਉਹ ਪਦ ਪਦਵੀ ਨੂੰ ਪ੍ਰਾਪਤ ਕਰ ਸਕਦਾ, ਉਹ ਮਾਰਗ ਮੈਨੂੰ ਦੱਸਣਾ ਕਰੋ। ਰਾਵਰ ਕਿਰਪਾ ਨਿਦਾਨ ਸਦਾਈ। ਤੇ ਸਦਾ ਹੀ ਤੁਸੀਂ ਕਿਰਪਾ ਦੇ ਖਜ਼ਾਨੇ ਹੋ। ਤਰਨ ਤੇਜ ਸਮ ਗਿਆਨ ਅਪਾਰਾ। ਸੂਰਜ ਦੇ ਤੇਜ ਦੇ ਸਮਾਨ ਤੁਹਾਡਾ ਗਿਆਨ ਹੈ। ਬੀਨਾ ਕਰ ਧਾਰੇ ਸੁਖ ਭਾਰਾ। ਹੱਥ ਦੇ ਵਿੱਚ ਵੀਣਾ ਲੈ ਕੇ ਬੜੇ ਭਾਰੀ ਸੁਖ ਦੇ ਸਹਿਤ ਆਪ ਜੀ ਰਹਿੰਦੇ ਹੋ। ਸੁਨ ਬਚ ਲਖ ਸ਼ਰਦਾ ਜੈ ਗਾਡੀ। ਤੇ ਹੁਣ ਇਸ ਪ੍ਰਕਾਰ ਦੇ ਨਾਲ ਨਾਰਦ ਨੇ ਜਦੋਂ ਧਰੂ ਜੀ ਦੇ ਬਚਨ ਸੁਨੇ, ਬੜੀ ਪੱਕੀ ਸ਼ਰਧਾ, ਬੜਾ ਦ੍ਰਿੜ ਨਿਸ਼ਚਾ ਜਦੋਂ ਧਰੂ ਦਾ ਵੇਖਿਆ ਹੈ, ਮੁਨੀ ਪ੍ਰਸੰਤਾ ਅਧਿਕੈ ਬਾਡੀ। ਤੇ ਬਹੁਤ ਪ੍ਰਸੰਨਤਾ ਵਧੀ ਨਾਰਦ ਜੀ ਦੇ ਹਿਰਦੇ ਵਿੱਚ। ਬਾਲਕ ਜੀ ਦਾ ਇਹ ਭਗਤੀ ਕਰਨ ਦਾ ਮਨ ਦੇ ਅੰਦਰ ਫੁਰਨਾ ਆਉਣਾ, ਇਹ ਗਿਆਨ ਦੀ ਇੱਛਾ ਰੱਖਣੀ ਔਰ ਦ੍ਰਿੜ ਨਿਸ਼ਚਾ ਜਿਹੜਾ ਵੇਖ ਕਰਕੇ ਬੜੀ ਪ੍ਰਸੰਨਤਾ ਨਾਰਦ ਜੀ ਦੇ ਹਿਰਦੇ ਵਿੱਚ ਹੋਈ ਹੈ। ਕਹਿਣ ਲਗਿਓ ਮੈਂ ਪਰਖਤ ਨੀਕੇ। ਨਾਰਦ ਕਹਿਣ ਲੱਗੇ, ਧਰੂ ਨੂੰ ਕਹਿਣ ਲੱਗੇ, ਮੈਂ ਤੈਨੂੰ ਪਰਖ ਰਿਹਾ ਸੀ, ਵੇਖ ਰਿਹਾ ਸੀ ਕਿ ਤੂੰ ਘਰ ਤੋਂ ਸ਼ਹਿਰ ਛੱਡ ਕੇ, ਘਰ ਛੱਡ ਕੇ ਭਗਤੀ ਕਰਨ ਵਾਸਤੇ ਜੰਗਲ ਵਿੱਚ ਚੱਲਿਆ, ਤੇਰਾ ਮਨ ਕਿਤੇ ਡੋਲਦਾ ਤਾਂ ਨਹੀਂ। ਮੈਂ ਤੈਨੂੰ ਭਲੀ ਪ੍ਰਕਾਰ ਦੇ ਨਾਲ ਪਰਖ ਕੇ ਵੇਖ ਰਿਹਾ ਸੀ। ਆਹੋ ਬਾਲ ਤਵ ਸ਼ਰਦਾ ਹੀ ਕੇ। ਤੇ ਇਸ ਪ੍ਰਕਾਰ ਦੇ ਨਾਲ ਹੇ ਬਾਲਕ, ਤੇਰੇ ਹਿਰਦੇ ਦੀ ਇਹ ਭਾਰੀ ਸ਼ਰਧਾ ਵੇਖ ਕੇ, ਭਾਵਨਾ ਵੇਖ ਕਰਕੇ, ਹਿਤ ਕਲਿਆਣ ਪੰਥ ਲਖ ਸੋ। ਤੇ ਆਪਣੇ ਕਲਿਆਣ ਮੁਕਤੇ ਪ੍ਰਾਪਤ ਕਰਨ ਦਾ ਜਿਹੜਾ ਮਾਰਗ ਤੋਂ ਚੁਣਿਆ ਹੈ। ਤਵ ਜਨਨੀ ਪਾਖਿਓ ਸ਼ੁਭ ਜੋ। ਤੇ ਤੁਹਾਡੀ ਮਾਤਾ ਨੇ, ਜਨਨੀ ਨੇ ਜੋ ਤੁਹਾਨੂੰ ਸ਼ੁਭ ਬਚਨ ਕਹੇ, ਜੋ ਉਪਦੇਸ਼ ਦਿੱਤਾ, ਉਹਨਾਂ ਨੂੰ ਜਾਣ ਕਰਕੇ ਸ਼੍ਰੀ ਕਰਤਾਰ ਸਕਲ ਗੁਣ ਖਾਨੀ। ਸ਼੍ਰੀ ਕਰਤਾਰ ਸਕਲ ਗੁਣ ਖਾਨੀ, ਸਾਰੇ ਗੁਣਾਂ ਦੇ ਖਾਨ ਸ਼੍ਰੀ ਕਰਤਾਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਤਾਂ ਕੋ ਸੇਵੋ ਮਨ ਕ੍ਰਮ ਬਾਨੀ। ਉਹਦੀ ਆਰਾਧਨਾ ਕਰੋ, ਮਨ ਕਰਮ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੋ, ਜਿਹੜਾ ਉਹ ਅਕਾਲ ਪੁਰਖ ਕਰਤਾਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਸੁਖ ਦੇਣ ਵਾਲਾ ਹੈ। ਐਸੇ ਉਸ ਪਰਮੇਸ਼ਰ ਦੇ ਜਿਹੜੇ ਆਰਾਧਨਾ ਕਰਨੀ ਹੈ, ਮਨ ਕਰਮ ਕਰਕੇ ਕਰਨਾ ਕਰੋ। ਧਰਮ ਅਰਥ ਕਾਮ ਪੁਨ ਮੋਖਾ। ਜਿਹੜੇ ਇਹ ਚਾਰ ਪਦਾਰਥ ਹਨ, ਧਰਮ ਅਰਥ ਕਾਮ ਮੋਖ, ਪਾਇਓ ਚੈ ਜੈ ਨਰ ਬਿਨ ਦੋਖਾ। ਤੇ ਜਿਹੜੇ ਮਨੁੱਖੇ ਨੂੰ ਪਾਉਣਾ ਚਾਹੁੰਦੇ ਨੇ, ਪ੍ਰਾਪਤ ਕਰਨਾ ਚਾਹੁੰਦੇ ਨੇ ਧਰਮ ਅਰਥ ਕਾਮ ਮੋਖ ਨੂੰ, ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ, ਉਹਦੀ ਆਰਾਧਨਾ ਕਰਕੇ ਬਿਨਾਂ ਕਿਸੇ ਦੁੱਖ ਤੋਂ ਉਹ ਪ੍ਰਾਪਤ ਕਰ ਲੈਂਦੇ ਹਨ। ਸੋ ਇੱਕ ਬਾਸ ਦੇਵ ਕੀ ਸ਼ਰਨਾ। ਇੱਕ ਉਸ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਪੈਣਾ ਕਰੋ। ਅਵਰੇ ਉਪਾਵ ਨ ਕੋ ਬਰਨਾ। ਹੋਰ ਉਪਾਅ ਕਿਸੇ ਕੰਮ ਆਉਣ ਵਾਲਾ ਨਹੀਂ। ਬੜੇ ਉਪਾਅ ਕਰਦਾ ਮਨੁੱਖ ਸੁੱਖਾਂ ਦੀ ਖਾਤਰ, ਬੜੇ ਯਤਨ ਕਰਦਾ ਹੈ, ਬੜੇ ਕਰਮ ਕਾਂਡ ਵੀ ਕਰਦੇ ਆ, ਇਹਨਾਂ ਦੇ ਨਾਲ ਕੋਈ ਸੁੱਖ ਪ੍ਰਾਪਤ ਨਹੀਂ ਹੋਣਾ। ਇਹ ਸਾਰਾ ਕੁਝ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਸਿਰਫ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਕੇ ਉਹਦੀ ਆਰਾਧਨਾ ਕਰਨੀ, ਸਿਮਰਨ ਕਰਨ ਦੇ ਨਾਲ ਇਹ ਬਖਸ਼ਿਸ਼, ਇਹ ਰਹਿਮਤ ਉਹ ਵਾਹਿਗੁਰੂ ਕਰਦਾ ਹੈ। ਅਬ ਮਧੁਬਨ ਜਮਨਾ ਤਟ ਜਾਈ। ਤੇ ਕਹਿਣ ਲੱਗੇ, ਹੁਣ ਤੁਸੀਂ ਮਧੂਬਨ ਜੰਗਲ ਦੇ ਵਿੱਚ ਜਮਨਾ ਦੇ ਕਿਨਾਰੇ ਤੇ ਜਾਣਾ ਕਰੋ। ਜਥਾ ਜੋਗ ਆਸਨ ਕੋ ਲਾਈ। ਜਥਾ ਜੋਗ ਜਾ ਕੇ ਆਸਨ ਲਾ ਕੇ ਉਸ ਪਰਮੇਸ਼ਰ ਦੀ ਇਬਾਦਤ ਦੇ ਵਿੱਚ ਜੁੜਨਾ ਕਰੋ। ਭਲੇ ਬਿਦ ਸਾਧੂ ਪ੍ਰਾਣਯਾਮ। ਕਹਿਣ ਲੱਗੇ, ਪ੍ਰਾਣਾਯਾਮ ਜਿਹੜਾ ਹੈ ਉਹਦੇ ਦੁਆਰੇ ਸਾਧਨਾ ਕਰੋ। ਜਮਨਾ ਦੇ ਕਿਨਾਰੇ ਤੇ ਪਹੁੰਚ ਕੇ ਉੱਥੇ ਜਾ ਕੇ ਤੁਸੀਂ ਆਸਨ ਲਾ ਕੇ
ਤੇ ਪ੍ਰਾਣਾਯਾਮ ਦੇ ਦੁਆਰਾ ਜਿਹੜੀ ਉਹਦੀ ਆਰਾਧਨਾ ਆਰੰਭ ਕਰੋ। ਹੋਵੇ ਹਿਰਦਾ ਬਿਮਲ ਅਬਿਰਾਮਾ। ਤੇ ਪ੍ਰਾਣਾਯਾਮ ਦੁਆਰਾ ਜਦੋਂ ਉਹਦੀ ਆਰਾਧਨਾ ਕਰੋਗੇ ਤੇ ਤੁਹਾਡਾ ਜਿਹੜਾ ਹਿਰਦਾ ਉਹ ਸ਼ੁੱਧ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਤਰੋ ਧਿਆਨ ਤਬ ਸ਼੍ਰੀ ਹਰਿ ਪੂਰੰ। ਪੂਰਨ ਹਰੇ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ। ਉਹਦੀ ਇਬਾਦਤ ਕਰਨ ਸਮੇਂ, ਉਹਦੀ ਆਰਾਧਨਾ ਕਰਨ ਸਮੇਂ ਕੇਵਲ ਇੱਕ ਪਰਿਪੂਰਨ ਅਕਾਲ ਪੁਰਖ ਪ੍ਰਮਾਤਮਾ ਦਾ, ਹਰੀ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ ਹੈ। ਸ਼ਿਆਮ ਸਰੂਪ ਅਨੂਪੰਗ ਰੂਰੰਗ। ਜਿਨ੍ਹਾਂ ਦਾ ਬਹੁਤ ਸੋਹਣਾ ਸੁੰਦਰ ਸਰੂਪ ਹੈ, ਐਸੇ ਸੁੰਦਰ ਸਰੂਪ ਵਾਲੇ ਉਸ ਪਰਮੇਸ਼ਰ ਦਾ ਧਿਆਨ ਹਿਰਦੇ ਵਿੱਚ ਧਾਰਨ ਕਰੋ। ਸਮਮੇ ਅੰਕ ਮੁਖ ਮੰਡਲ ਸੋਹਨ। ਚੰਦਰਮਾ ਵਰਗਾ ਸੋਹਣਾ ਸੁੰਦਰ ਮੁਖ ਹੈ, ਐਸੇ ਸੋਹਣੇ ਸੁੰਦਰ ਮੁਖ ਵਾਲੇ ਉਸ ਪਰਮੇਸ਼ਰ ਦੀ ਆਰਾਧਨਾ ਵਿੱਚ ਜੁੜੋ। ਚਾਰੂ ਚਖਨ ਚਿਤਵਨ ਮਨ ਮੋਹਨ। ਜਿਹੜੇ ਉਹਨਾਂ ਦੇ ਨੇਤਰ ਹਨ, ਉਹਨਾਂ ਨੇਤਰਾਂ ਦੀ ਜਿਹੜੀ ਤੱਕਣੀ ਹੈ ਉਹ ਮਨ ਨੂੰ ਮੋਹ ਲੈਣ ਵਾਲੀ ਹੈ। ਪਰਮੇਸ਼ਰ ਦੀ ਸਿਫਤ ਕਰਦਿਆਂ ਦੱਸ ਰਹੇ ਨੇ ਨਾਰਦ ਜੀ ਧਰੁ ਨੂੰ, ਕਹਿਣ ਲੱਗੇ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਨੇਤਰ ਨੇ, ਉਹਨਾਂ ਦੇ ਨੇਤਰਾਂ ਦੀ ਜਿਹੜੀ ਤੱਕਣੀ ਹੈ ਉਹ ਤੱਕਣੀ ਮਨ ਨੂੰ ਮੋਹ ਲੈਣ ਵਾਲੀ ਹੈ। ਮੰਦ ਮੰਦ ਮੁਸ਼ਕਾਨ ਕਪੋਲਾ। ਤੇ ਮੰਦ ਮੰਦ ਮੁਸਕਾਨ ਕਪੋਲਾ, ਗੱਲਾਂ ਦੇ ਵਿੱਚੋਂ ਮਿੰਨਾ ਮਿੰਨਾ ਹਾਸਾ ਹੱਸਦਾ ਹਨ ਉਹ ਵਾਹਿਗੁਰੂ ਪਰਮੇਸ਼ਰ। ਅਧਰ ਅਰੁਣ ਛਬ ਬਨੀ ਅਮੋਲਾ। ਇਹਨਾਂ ਦੇ ਸ਼ਬੇ ਬਹੁਤ ਸੋਹਣੇ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ। ਐਸੇ ਸੁੰਦਰ ਸਵਰੂਪ ਵਾਲੇ ਪਰਮੇਸ਼ਰ ਦੇ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰੋ। ਚਾਰ ਭੁਜਾ ਯੁਤ ਭੂਖਨ ਚਾਰੂ। ਚਾਰ ਭੁਜਾ, ਚਾਰ ਬਾਹਾਂ ਹਨ ਜਿਨ੍ਹਾਂ ਦੇ ਵਿੱਚ ਸੋਹਣੇ ਸੁੰਦਰ ਗਹਿਣੇ ਪਹਿਨੇ ਹੋਏ ਹਨ। ਗਦਾ ਚਕਰ ਦਰ ਅੰਬੁਜ ਧਾਰੂ। ਜਿਨ੍ਹਾਂ ਨੇ ਗਦਾ ਤੇ ਸੋਹਣਾ ਚੱਕਰ, ਦਰ ਅੰਬੁਜ ਧਾਰੂ ਇਹ ਧਾਰਨ ਕੀਤੇ ਹੋਏ ਹਨ। ਸ਼ਰੁਤ ਕੁੰਡਲ ਤਨ ਪੀਤ ਦਕੂਲਾ। ਸ਼ੰਖ ਤੇ ਕਵਲ ਪਜੜਾ ਹੈ ਉਹਨਾਂ ਨੇ ਧਾਰਨ ਕੀਤਾ। ਕੰਨਾਂ ਦੇ ਵਿੱਚ ਕੁੰਡਲ ਪਹਿਨੇ ਹੋਏ ਨੇ। ਤਨ ਤੇ ਸਰੀਰ ਦੇ ਉੱਤੇ ਪੀਲੇ ਰੰਗ ਦਾ ਦੁਪੱਟਾ ਧਾਰਨ ਕੀਤਾ ਹੋਇਆ ਹੈ। ਕਟ ਤਟ ਕਿੰਕਨ ਸਭ ਛਲ ਮੂਲਾ। ਤੇ ਇਸ ਪ੍ਰਕਾਰ ਦੇ ਨਾਲ ਲੱਕ ਦੁਆਲੇ ਜਿਹੜਾ ਪੀਲਾ ਦੁਪੱਟਾ ਧਾਰਨ ਕੀਤਾ, ਲੱਕ ਦੁਆਲੇ ਜਿਹੜੇ ਤੜਾਗੀ ਬੜੇ ਹੋਏ, ਬੜੇ ਸੁੰਦਰ ਸ਼ੋਭਾ ਪਾ ਰਹੀ ਹੈ। ਪਗ ਮੈਂ ਨੂਪਰ ਬਜਤ ਸੁਹਾਵਨ। ਇਸ ਪ੍ਰਕਾਰ ਦੇ ਨਾਲ ਜਿਹੜੀਆਂ ਪੈਰਾਂ ਦੇ ਵਿੱਚ ਪਾਈਆਂ ਹੋਈਆਂ ਝਾਂਜਰਾਂ ਹਨ ਉਹ ਛਣਕਦੀਆਂ ਬੜੀਆਂ ਸੁਹਾਵਣੀਆਂ ਲੱਗਦੀਆਂ ਹਨ। ਕੰਠ ਵਿਖੇ ਮਨ ਸੁਠ ਮਨ ਭਾਵਨ। ਤੇ ਕੰਠ ਦੇ ਵਿੱਚ, ਗਲੇ ਦੇ ਵਿੱਚ ਜਿਹੜੀ ਮਣੀ ਹੈ ਉਹ ਬੜੀ ਸ਼ੋਭਾ ਦਿੰਦੀ ਹੈ, ਸ਼ੋਭ ਰਹੀ ਹੈ। ਕਰਬੋ ਜਤਨ ਤਰੋ ਅਸ ਧਿਆਨਾ। ਯਤਨ ਕਰਕੇ ਐਸੇ ਉਸ ਪਰਮੇਸ਼ਰ ਦਾ, ਪ੍ਰਭੂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰੋ। ਮਨ ਕੋ ਰੋਕੋ ਹੋਏ ਸਾਵਧਾਨਾ। ਸਾਵਧਾਨ ਹੋ ਕੇ ਮਨ ਨੂੰ ਰੋਕਣਾ ਕਰੋ। ਮਨ ਬਾਹਰ ਦੌੜਦਾ ਹੈ, ਇਸ ਮਨ ਨੂੰ ਬਾਹਰ ਜਾਣ ਤੋਂ ਰੋਕਣਾ ਹੈ। ਇਹਨੂੰ ਨਿਜ ਘਰ ਦੇ ਵਿੱਚ ਵਸਾਉਣਾ ਹੈ, ਨਿਜ ਘਰ ਵਿੱਚ ਇਹਦਾ ਟਿਕਾ ਬਣਾਉਣਾ ਹੈ। ਸਾਵਧਾਨ ਹੋ ਕੇ ਮਨ ਨੂੰ ਰੋਕਣਾ ਹੈ ਬਾਹਰ ਜਾਣ ਤੋਂ। ਗੋਪ ਮੰਤਰ ਤੁਝ ਦੇਉ ਬਤਾਈ। ਤੇ ਜਿਹੜੇ ਕਹਿਣ ਕਿ ਗੁਪਤ ਮੰਤਰ ਹੈ, ਉਸ ਪ੍ਰਭੂ ਦੀ ਆਰਾਧਨਾ ਕਰਨੀ ਹੈ, ਜਿਹੜਾ ਗੁਪਤ ਮੰਤਰ ਹੈ ਉਹ ਨਾਰਦ ਕਹਿਣ ਲੱਗੇ ਧਰੂ ਨੂੰ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ। ਸਪਤ ਦਿਵਸ ਜੋ ਪੜੇ ਬਨਾਈ। 7 ਦਿਨ ਜਦੋਂ ਤੂੰ ਉਹਨੂੰ ਪੜੇਗਾ, ਮੰਤਰ ਨੂੰ ਬਣਾ ਕੇ ਬੜੇ ਪ੍ਰੇਮ ਦੇ ਸਹਿਤ ਇਕਾਗਰ ਚਿਤ ਹੋ ਕਰਕੇ, ਮਨ ਦਾ ਟਿਕਾਓ ਬਣਾ ਕੇ, ਪਰਮੇਸ਼ਰ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਜਦੋਂ ਮੰਤਰ ਦਾ 7 ਦਿਨ ਤੂੰ ਪਠਨ ਕਰੇਗਾ, ਸਭ ਖੇਚਰ ਦਰਸੇ ਤਤਕਾਲਾ। ਤੇ ਤਤਕਾਲ 7 ਦਿਨ ਬਾਅਦ ਸਾਰੇ ਦੇਵਤਿਆਂ ਦੇ ਤੈਨੂੰ ਦਰਸ਼ਨ ਹੋਣਗੇ, ਸਾਰੇ ਦੇਵਤੇ ਤੈਨੂੰ ਦਿਖਾਈ ਦੇਣਗੇ। ਪਾਵੇਂ ਅਭਿਮਤ ਸੁਖ ਬਿਸਾਲਾ। ਮਨ ਇੱਛਤ ਤੈਨੂੰ ਫਲ ਪ੍ਰਾਪਤ ਹੋ ਜਾਣਗੇ, ਮਨ ਇੱਛਤ ਵਿਸ਼ਾਲ ਵੱਡੇ ਸੁਖ ਦੀ ਪ੍ਰਾਪਤੀ ਹੋਵੇਗੀ। ਓ ਨਮ ਵਾਸਦੇਵ ਭਗਵਤ ਕੋ। ਓ ਨਮੋ ਵਾਸਦੇਵ ਭਗਵਤ ਕੋ, ਇਹ ਜਿਹੜਾ ਗੁਪਤ ਮੰਤਰ ਹੈ ਇਹਦਾ ਜਾਪ ਤੁਸੀਂ ਕਰਨਾ ਹੈ। ਜਪੈ ਕਰਨ ਮਨ ਕੋ ਕਰ ਥਿਤ ਕੋ।
ਇਸ ਪ੍ਰਕਾਰ ਦੇ ਨਾਲ ਮਨ ਨੂੰ ਟਿਕਾ ਕੇ, ਮਨ ਦਾ ਟਿਕਾਓ ਬਣਾ ਕੇ, ਇਹ ਨਹੀਂ ਕਿ ਮਨ ਬਾਹਰ ਦੌੜਿਆ ਫਿਰਦਾ ਹੈ ਤੇ ਮੁਖ ਦੇ ਵਿੱਚ ਉਹਦਾ ਪਾਠ ਕਰੀ ਜਾਵੇ, ਉਹਦਾ ਕੋਈ ਫਲ ਪ੍ਰਾਪਤ ਨਹੀਂ ਹੋਣਾ। ਮਨ ਦਾ ਟਿਕਾਓ ਬਣਾਉਣਾ ਹੈ, ਮਨ ਨੂੰ ਟਿਕਾ ਕਰਕੇ ਇਸ ਪਾਠ ਦਾ ਤੋਂ ਗੁਪਤ ਮੰਤਰ ਦਾ ਜਿਹੜਾ ਉਹ ਪਠਨ ਕਰਨਾ, ਪਾਠ ਕਰਨਾ ਹੈ। ਪੂਜਾ ਕਰੇ ਸਰਬ ਪ੍ਰਕਾਰੀ, ਸਰਬ ਪ੍ਰਕਾਰ ਦੇ ਨਾਲ ਜਦੋਂ ਤੂੰ ਉਸ ਪ੍ਰਭੂ ਦੀ ਪੂਜਾ ਕਰੇਗਾ, ਚੰਦਨ ਪੁਸ਼ਪ ਆਦਿਕ ਹਿਤ ਧਾਰੀ, ਚੰਦਨ ਪੁਸ਼ਪ ਆਦਿਕ ਜਿਹੜੇ ਫੁੱਲ ਲੈ ਕੇ ਜਦੋਂ ਉਸ ਪ੍ਰਭੂ ਨੂੰ ਭੇਟਾ ਕਰਕੇ ਉਹਦੀ ਭਗਤੀ ਵਿੱਚ ਜੁੜੇਗਾ। ਸਭ ਵਿਦ ਸੁਨੀ ਧਰੁਵ ਨਿਜ ਸ਼ਰੋਨਾ, ਇਹ ਹੁਣ ਜਿਹੜੀ ਵਿਧੀ ਹੈ ਪਰਮੇਸ਼ਰ ਦੀ ਇਬਾਦਤ ਕਰਨ ਬਾਰੇ, ਜਿਵੇਂ ਨਾਰਦ ਦੱਸ ਰਹੇ ਨੇ ਧਰੂ ਨੂੰ, ਬੜਾ ਧਿਆਨ ਦੇ ਕੇ ਆਪਣੇ ਕੰਨਾਂ ਦੇ ਨਾਲ ਸੁਣਨਾ ਕੀਤੀ ਹੈ। ਪੁਨ ਪਦ ਬੰਦ ਕੀਓ ਬਨ ਗੋਨਾ, ਇਸ ਪ੍ਰਕਾਰ ਦੇ ਨਾਲ ਜਦੋਂ ਇਹ ਸਾਰੀ ਵਿਧੀ ਸੁਣ ਲਈ, ਬੜੇ ਧਿਆਨ ਨਾਲ ਸੁਣੀ ਹੈ, ਸੁਣ ਕਰਕੇ ਫਿਰ ਨਾਰਦ ਨੂੰ ਧਰੂ ਜੀ ਨੇ ਬੰਦਨਾ ਕੀਤੀ, ਚਰਨਾਂ ਤੇ ਨਮਸਕਾਰ ਡੰਡੌਤ ਕੀਤੀ ਹੈ। ਪਹੁੰਚਿਓ ਮਧੁਬਨ ਤਪੇ ਅਰੰਭਾ, ਤੇ ਹੁਣ ਮਧੂਬਨ ਜਿਹੜਾ ਜੰਗਲ ਹੈ, ਉਹ ਜੰਗਲ ਦੇ ਵਿੱਚ ਧਰੂ ਜੀ ਭਗਤੀ ਕਰਨ ਵਾਸਤੇ, ਪਰਮੇਸ਼ਰ ਦੀ ਇਬਾਦਤ ਕਰਨ ਵਾਸਤੇ ਪਹੁੰਚ ਗਏ ਹਨ। ਜੈ ਰਵ ਤਨੀਆ ਪਾਵਨ ਅੰਬਾ, ਜਿੱਥੇ ਜਮਨਾ ਦਾ, ਸੂਰਜ ਦੇ ਪੁੱਤਰੀ ਜਮਨਾ ਦਾ ਨਿਰਮਲ ਜਲ ਵਹਿੰਦਾ ਹੈ। ਚਲ ਨਾਰਦ ਨ੍ਰਿਪ ਕੇ ਟਿਗ ਆਵਾ, ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਧਰੂ ਜੀ ਗਏ ਨੇ ਮਧੂਬਨ ਜੰਗਲ ਦੇ ਵਿੱਚ ਪਰਮੇਸ਼ਰ ਦੀ ਇਬਾਦਤ ਕਰਨ ਲਈ, ਭਗਤੀ ਕਰਨ ਵਾਸਤੇ, ਰਸਤੇ ਵਿੱਚ ਨਾਰਦ ਮਿਲਦੇ ਨੇ। ਸਾਰਾ ਜਦੋਂ ਹਾਲ ਬਿਰਤਾਂਤ ਜਾਣਿਆ, ਫਿਰ ਭਗਤੀ ਕਰਨ ਦਾ ਤਰੀਕਾ ਦੱਸਿਆ। ਬਾਲਕ ਨੂੰ ਸਿੱਖਿਆ ਦੇ ਕੇ ਮਧੂਬਨ ਜੰਗਲ ਵੱਲ ਤੋਰ ਕੇ ਆਪ ਇਹਨਾਂ ਦੇ ਪਿਤਾ ਜਿਹੜਾ ਸੀ ਉਤਾਨਪਦ ਰਾਜਾ, ਉਹਦੇ ਕੋਲ ਜਾ ਪਹੁੰਚੇ ਹਨ। ਸੁਤ ਵਿਯੋਗ ਜੈ ਮੁਖ ਮੁਰਝਾਵਾ, ਤੇ ਹੁਣ ਜਿਨ੍ਹਾਂ ਦਾ ਉਤਾਨਪਦ ਰਾਜਾ, ਜਿਹਦਾ ਛੋਟੀ ਉਮਰ ਦਾ ਪੁੱਤਰ ਘਰੋਂ ਚਲਾ ਗਿਆ, ਉਹਦੇ ਕਾਰਨ ਜਿਹੜਾ ਮੁਖ ਸੀ ਉਹ ਮੁਰਝਾਇਆ ਹੋਇਆ ਸੀ। ਮੁਖ ਜਿਹੜਾ ਸੀ ਉਹ ਕੁਮਲਾਇਆ ਹੋਇਆ, ਮੁਰਝਾਇਆ ਹੋਇਆ ਸੀ। ਵਿਖ ਰਿਖ ਕੋ ਨ੍ਰਿਪ ਆਦਰ ਦੀਨਾ, ਹੁਣ ਰਿਖੇ ਨੂੰ, ਨਾਰਦ ਨੂੰ ਵੇਖ ਕੇ ਰਾਜੇ ਉਤਾਨਪਦ ਨੇ ਬਹੁਤ ਆਦਰ ਸਤਿਕਾਰ ਦਿੱਤਾ। ਪੂਜ ਪਾਏ ਪਰ ਪ੍ਰਣਮਨ ਕੀਨਾ, ਚਰਨ ਪੂਜ ਕੇ ਜਿਹੜਾ ਪ੍ਰਣਾਮ ਕੀਤੀ, ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਬੋਲਿਓ ਨਾਰਦ ਮੁਨੀ ਪ੍ਰਬੀਨਾ, ਤੇ ਪ੍ਰਬੀਨ ਮੁਨੇ ਨਾਰਦ ਜੀ ਬੋਲੇ, ਕਹਿਣ ਲੱਗੇ, ਏ ਭੂਪਤ ਤਵ ਬਦਨ ਮਲੀਨਾ, ਹੇ ਰਾਜਨ, ਤੁਹਾਡਾ ਚਿਹਰਾ ਬੜਾ ਕੁਮਲਾਇਆ, ਬਦਨ ਬੜਾ ਕੁਮਲਾਇਆ ਹੋਇਆ ਹੈ, ਚਿਹਰੇ ਤੇ ਕੋਈ ਰਵਾਨਗੀ ਨਹੀਂ, ਚਿਹਰਾ ਕੁਮਲਾਇਆ ਮੁਰਝਾਇਆ ਪਿਆ ਹੈ। ਧਰਮ ਅਰਥ ਕੋ ਬਿਗੜਿਓ ਆਜੂ, ਕੀ ਗੱਲ, ਕੋਈ ਧਨ ਵਿੱਚ ਕਮੀ ਆ ਗਈ, ਸੰਪਦਾ ਵਿੱਚ, ਰਾਜ ਭਾਗ ਵਿੱਚ ਕੋਈ ਕਮੀ ਆ ਗਈ, ਕੋਈ ਵਿਗਾੜ ਪੈ ਗਿਆ, ਇਹਦੇ ਕਾਰਨ ਮੁਖ ਮੁਰਝਾਇਆ ਹੈ ਤੁਹਾਡਾ। ਸੁਨਿਓ ਬਚਨ ਪਨੇ ਨਰ ਰਾਜੂ, ਕਿਉਂਕਿ ਨਾਰਦ ਹੁਣ ਜਾਣਦੇ ਤਾਂ ਸਨ, ਪਰ ਰਾਜਨ ਦੇ, ਰਾਜੇ ਦੇ ਮੁਖ ਤੋਂ ਘੁਆਉਣਾ ਚਾਹੁੰਦੇ ਸਨ, ਧੀਰਜ ਵੀ ਦੇਣਾ ਸੀ। ਤੇ ਹੁਣ ਨਾਰਦ ਦੇ ਬਚਨ ਸੁਣ ਕੇ ਰਾਜਨ ਉਤਾਨਪਦ ਰਾਜਾ ਬੋਲਿਆ, ਕਹਿਣ ਲੱਗਾ, ਹੇ ਮੁਨੀ ਮੈਂ ਕਾਮੀ ਮਤਹੀਨਾ, ਕਹਿਣ ਲਗੇ, ਹੇ ਮੁਨੀ ਜਨ, ਹੇ ਨਾਰਦ ਜੀ, ਮੈਂ ਕਾਮੀ ਪੁਰਸ਼ ਹਾਂ ਤੇ ਮੇਰੀ ਬਹੁਤ ਛੋਟੀ, ਬਹੁਤ ਥੋੜੀ ਮਤ ਹੈ। ਲੰਪਟ ਸਦਾ ਰਿਓਤੀਏ ਦੀਨਾ, ਮੈਂ ਆਪਣੇ ਘਰ ਵਾਲੇ, ਆਪਣੀ ਰਾਣੀ ਦੇ ਨਾਲ ਹੀ ਸਦਾ ਲਪਟਿਆ ਰਿਹਾ, ਉਹਦੇ ਸਨੇਹ ਦੇ, ਉਹਦੇ ਪਿਆਰ ਦੇ ਵਿੱਚ ਹੀ ਬੱਝਾ ਰਿਹਾ। ਬਾਲਕ ਪੰਚ ਬਰਖ ਕੋ ਜੋ, ਛੋਟੀ ਉਮਰ ਦਾ ਬਾਲਕ ਅਵਸਥਾ, 5 ਸਾਲ ਦਾ ਜਿਹੜਾ ਮੇਰਾ ਪੁੱਤਰ ਸੀ ਧਰੂ, ਬਿਨ ਅਪਰਾਧ ਤਜਿਓ ਮੈਂ ਸੋ, ਉਹਦਾ ਕੋਈ ਅਪਰਾਧ ਨਹੀਂ ਸੀ, ਕੋਈ ਉਹਨੇ ਅਪਰਾਧ ਨਹੀਂ ਸੀ ਕੀਤਾ, ਬਿਨਾਂ ਅਪਰਾਧ ਤੋਂ ਮੈਂ ਉਹਨੂੰ ਤਜ ਦਿੱਤਾ, ਤਿਆਗ ਦਿੱਤਾ ਹੈ, ਕਿਉਂਕਿ ਮੈਂ ਆਪਣੀ ਇਸਤਰੀ ਦੇ ਪਿਆਰ ਵਿੱਚ ਹੀ ਬੱਝਾ ਰਿਹਾ। ਉਹਦੇ ਵਿੱਚੋਂ ਮੈਨੂੰ ਕੁਝ ਪਤਾ ਹੀ ਨਹੀਂ ਲੱਗਿਆ, ਉਹਦੇ ਮੋਹ ਦੇ ਵਿੱਚ ਬੱਝੇ ਹੋਏ ਨੇ ਮੈਂ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ, ਜਿਹਦਾ ਕੋਈ ਅਪਰਾਧ ਨਹੀਂ ਸੀ। ਅਬ ਉੱਠ ਗਿਓ ਕਰਨ ਤਪ ਬਨ ਮੈਂ, ਤੇ ਹੁਣ ਜਿਹੜਾ ਘਰ-ਬਾਰ ਤਿਆਗ ਕੇ, ਸ਼ਹਿਰ ਨੂੰ ਛੱਡ ਕਰਕੇ ਉਹ ਜੰਗਲ ਦੇ ਵਿੱਚ ਭਗਤੀ ਕਰਨ ਵਾਸਤੇ ਚਲਾ ਗਿਆ ਹੈ। ਛੁਦਾ ਹੋਏ
ਸ਼੍ਰਮ ਸੀਤ ਉਸ਼ਨ ਮੈਂ ਹੁਣ ਉਹ ਜਦੋਂ ਜੰਗਲ ਵਿੱਚ ਜਾਵੇਗਾ ਉੱਥੇ ਭੁੱਖਾ ਵੀ ਰਹੇਗਾ। ਜੰਗਲ ਵਿੱਚ ਛਕਣ ਵਾਸਤੇ ਕੀ ਮਿਲਣਾ ਹੈ? ਜੰਗਲ ਦੇ ਵਿੱਚ ਭੁੱਖਾ ਵੀ ਰਹੇਗਾ, ਸਰਦੀ ਗਰਮੀ ਦਾ ਦੁੱਖ ਉਹਨੂੰ ਸਹਿਣਾ ਪਵੇਗਾ। ਸੋ ਕੇ ਮਸਾਏ ਜੇ ਸੰਕਟ ਭਾਰੀ। ਤੇ ਹੁਣ ਜਦੋਂ ਐਸਾ ਸੰਕਟ ਭਾਰੀ ਸੰਕਟ ਆਵੇਗਾ, ਭੁੱਖ ਦਾ ਦੁੱਖ ਵੀ ਸਤਾਵੇਗਾ, ਭੁੱਖ ਵੀ ਤੰਗ ਕਰੇਗੀ, ਗਰਮੀ ਸਰਦੀ ਦਾ ਮੌਸਮ ਆਵੇਗਾ, ਉਹਦੇ ਵਿੱਚ ਵੀ ਭਾਰੀ ਸੰਕਟ ਸਹਿਣਾ ਪਵੇਗਾ। ਉਹ ਕਿਵੇਂ ਸਹਿਣ ਕਰੇਗਾ? ਖਾਏ ਜਾਏ ਕੋ ਬਿਨ ਰਖਵਾਰੀ। ਤੇ ਬਿਨਾਂ ਰਾਖੀ ਕੀਤਿਆਂ ਉਹਨੂੰ ਜੰਗਲੀ ਜਾਨਵਰ ਖਾ ਜਾਣਗੇ। ਛੋਟੀ ਉਮਰ ਹੈ, ਬਾਲਕ ਅਵਸਥਾ 5 ਸਾਲ ਦਾ ਹੈ ਜੇ, ਤੇ ਉਹਦੀ ਕਿਸੇ ਨੇ ਉੱਥੇ ਰਾਖੀ ਵੀ ਨਹੀਂ ਕਰਨੀ, ਤੇ ਬਿਨਾਂ ਰਾਖੀ ਕੀਤਿਆਂ ਤਾਂ ਜੰਗਲ ਦੇ ਜਾਨਵਰ ਉਹਨੂੰ ਖਾ ਜਾਣਗੇ। ਕਰੁਣਾ ਬੈਨ ਸੁਨੇ ਮੁਨੀ ਰਾਈ। ਤੇ ਕਰੁਣਾ ਬੈਣ ਜਦੋਂ ਇਸ ਤਰ੍ਹਾਂ ਦੇ ਨਾਲ ਮੁਨੀ ਰਾਈ, ਮੁਨੀਆਂ ਦੇ ਰਾਜੇ ਨਾਰਦ ਨੇ ਇਹ ਬਚਨ ਬੋਲ ਸੁਣੇ ਹਨ। ਹੇਤ ਪ੍ਰਬੋਧਨ ਗਿਰਾ ਅਲਾਈ। ਹੁਣ ਰਾਜਨ ਨੂੰ ਸੰਬੋਧਨ ਹੁੰਦਿਆਂ ਆਪਣੇ ਮੁਖ ਤੋਂ ਗਿਰਾ ਅਲਾਈ ਕਹਿਣ ਲੱਗੇ। ਸੁਤ ਕੇ ਹੇਤ ਨਾ ਸੋਚ ਰਾਜਾਨਾ। ਕਹਿਣ ਲੱਗੇ, ਹੇ ਰਾਜਨ, ਤੂੰ ਪੁੱਤਰ ਦੇ ਬਾਬਤ ਇਸ ਤਰ੍ਹਾਂ ਨਾ ਸੋਚ, ਇਸ ਤਰ੍ਹਾਂ ਦੀ ਸੋਚ ਆਪਣੇ ਪੁੱਤਰ ਦੇ ਬਾਬਤ ਨਾ ਰੱਖ, ਉਹਦਾ ਕੋਈ ਫਿਕਰ ਨਾ ਕਰ। ਈਸ਼ਵਰ ਬਸੇ ਸਰਬ ਇਸ ਥਾਨਾ। ਈਸ਼ਵਰ ਉਹ ਸਰਵ ਸਾਰੀ ਸ੍ਰਿਸ਼ਟੀ ਦਾ ਜਿਹੜਾ ਮਾਲਕ ਹੈ, ਵਾਹਿਗੁਰੂ ਪਰਮੇਸ਼ਰ ਹੈ, ਉਹ ਸਰਬ ਥਾਈ ਰਮਿਆ ਹੋਇਆ ਹੈ। ਉਹ ਜਰੇ ਜਰੇ ਕਣ ਕਣ ਵਿੱਚ ਸਮਾਇਆ ਹੋਇਆ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਉਹ ਸਰਬ ਥਾਈ ਜਰੇ ਜਰੇ ਦੇ ਵਿੱਚ ਸਮਾਇਆ ਰਮਿਆ ਹੋਇਆ ਹੈ। ਬਨ ਮੈਂ ਸ਼ਿਸ਼ ਕਰ ਹੈ ਤਪ ਭਾਰੀ। ਤੇ ਜੰਗਲ ਦੇ ਵਿੱਚ ਜਾ ਕੇ ਜਦੋਂ ਸ਼ਿਸ਼ ਇਹ ਬਾਲਕ ਭਾਰੀ ਤਪ ਕਰੇਗਾ, ਭਗਤੀ ਕਰੇਗਾ। ਲੋਕਪਾਲ ਤੇ ਊਚ ਅਧਿਕਾਰੀ। ਲੋਕਪਾਲ ਤੇ ਰਾਜਿਆਂ ਦੇ ਨਾਲੋਂ ਵੀ ਜਿਹੜਾ ਹੈ, ਰਾਜਿਆਂ ਸੰਬੰਧੀ ਜਿਹੜੀ ਸੋਚ ਹੈ ਉਹਨੇ ਤਿਆਗ ਦਿੱਤੀ ਹੈ। ਰਾਜਿਆਂ ਮਹਾਰਾਜਿਆਂ ਦੇ ਨਾਲੋਂ ਵੀ ਵੱਡੀ ਪਦਵੀ ਉਹ ਪ੍ਰਾਪਤ ਕਰੇਗਾ, ਵੱਡਾ ਮਰਤਬਾ ਹਾਸਲ ਕਰੇਗਾ। ਨਾਰਦ ਕਹਿਤ ਸੁਨਤ ਧਰੂ ਬਾਰਿਕ। ਭਜਨ ਮਾਈ ਲਪਟਾਨੋ। ਅਚਲ ਅਮਰ ਨਿਰਪੈ ਪਦ ਪਾਇਓ। ਜਗਤ ਜਾਏ ਹੈਰਾਨੋ। ਥੋਰਨ ਦਿਵਸ ਆਏ ਤਵ ਪਾਸਾ। ਕਹਿਣ ਲੱਗੇ, ਕੁਝ ਸਮਾਂ ਧਰੂ ਜੰਗਲ ਦੇ ਵਿੱਚ ਭਗਤੀ ਕਰਕੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਕੇ ਜਦੋਂ ਅਟਲ ਪਦਵੀ ਨੂੰ ਪਾ ਕੇ ਕੁਝ ਸਮੇਂ ਬਾਅਦ ਉਹਨੇ ਤੇਰੇ ਕੋਲ ਵਾਪਸ ਘਰ ਮੁੜ ਆਉਣਾ ਹੈ। ਜਗ ਮੈਂ ਕਰ ਹੈ ਸੁਜਸ ਪ੍ਰਕਾਸ਼ਾ। ਤੇ ਜਗ ਦੇ ਵਿੱਚ ਮਹਾਨ ਜਸ ਉਹਦਾ ਫੈਲੇਗਾ, ਚਾਰੇ ਪਾਸੇ ਉਹਦੀ ਜੈ-ਜੈਕਾਰ ਹੋਵੇਗੀ, ਮਹਾਨ ਸ੍ਰੇਸ਼ਟ ਸੁਜਸ ਜਿਹੜਾ ਉਹ ਜਗਤ ਵਿੱਚ ਫੈਲ ਜਾਵੇਗਾ। ਅਸ ਪ੍ਰਕਾਰ ਕੈ ਮੁਨੀ ਪਿਆਨਾ। ਇਸ ਪ੍ਰਕਾਰ ਦੇ ਨਾਲ ਕੁਲ ਨੂੰ ਰੋਸ਼ਨ ਕਰੇਗਾ। ਇਹ ਬਚਨ ਕਹਿ ਕੇ ਨਾਰਦ ਮੁਨੀ ਜੀ ਤਜਿਓ ਰਾਜ ਨਿਜ ਸੋਚ ਰਾਜਾਨਾ। ਇਸ ਪ੍ਰਕਾਰ ਦੇ ਨਾਲ ਕਹਿਣ ਲੱਗੇ ਕਿ ਰਾਜਨ, ਆਪਣੀ ਜਿਹੜੀ ਇਹ ਸੋਚ ਹੈ ਉਸ ਬਾਲਕ ਦੇ ਬਾਬਤ, ਉਹਨੂੰ ਤਿਆਗਣਾ ਕਰੋ, ਸੋਚ ਛੱਡ ਦੇਵੋ। ਧਰੁਵ ਤੈ ਕਰਨ ਲਗਿਓ ਤਪ ਭਾਰੀ। ਹੁਣ ਇਹ ਬਚਨ ਕਹਿ ਕੇ ਉਤਾਨਪਦ ਰਾਜੇ ਨੂੰ ਨਾਰਦ ਨੇ ਇੱਥੋਂ ਚਾਲਾ ਪਾ ਦਿੱਤਾ। ਉਧਰ ਮਧੂਬਨ ਜੰਗਲ ਦੇ ਵਿੱਚ ਧਰੂ ਜੀ ਨੇ ਆਸਨ ਲਾਇਆ, ਚੌਕੜਾ ਲਾ ਕੇ ਆਸਨ ਲਾ ਕੇ ਉਸ ਪਰਮੇਸ਼ਰ ਦੀ ਇਬਾਦਤ ਕਰਨੀ, ਭਗਤੀ ਕਰਨੀ ਆਰੰਭ ਕਰ ਦਿੱਤੀ ਹੈ। ਤੀਸਰ ਦਿਨ ਫਲ ਖਾਏ ਆਹਾਰੀ। ਤੇ ਹੁਣ ਤੀਜੇ ਦਿਨ ਜਾ ਕੇ ਜਿਹੜਾ ਫਲ ਛਕਦੇ, 2 ਦਿਨ ਭੁੱਖੇ ਰਹਿਣਾ ਤੇ ਤੀਜੇ ਦਿਨ ਜਾ ਕੇ ਥੋੜਾ ਜਿਹੜਾ ਜੰਗਲ ਵਿੱਚੋਂ ਫਲ ਲੈ ਕੇ ਉਹ ਛਕ ਲੈਣਾ। ਪੂਜਤ ਯੋ ਇੱਕ ਮਾਸ ਬਿਤਾਇਓ। ਇਸ ਤਰ੍ਹਾਂ ਦੇ ਨਾਲ ਪੂਜਾ ਕਰਦਿਆਂ, ਭਗਤੀ ਕਰਦਿਆਂ 1 ਮਹੀਨਾ ਜਦੋਂ ਬਤੀਤ ਹੋਇਆ। ਦੂਸਰ ਮਾਸ ਤ੍ਰਿਣਨ ਕੋ ਖਾਇਓ। ਹੁਣ ਦੂਜਾ ਮਹੀਨਾ ਆਰੰਭ ਹੋ ਗਿਆ ਭਗਤੀ ਕਰਦਿਆਂ। ਪਹਿਲਾ ਮਹੀਨਾ ਜਿਹੜਾ 2 ਦਿਨ ਭੁੱਖੇ ਰਹਿਣਾ, ਤੀਜੇ ਦਿਨ ਫਲ ਛਕਣਾ। ਇਸ ਪ੍ਰਕਾਰ ਦੇ ਨਾਲ ਮਹੀਨਾ ਪੂਰਾ ਕੀਤਾ। ਹੁਣ ਦੂਜਾ ਮਹੀਨਾ ਆਰੰਭ ਹੋਇਆ ਤੇ ਹੁਣ ਜਿਹੜਾ ਫਲ ਸੀ
ਫਲ ਛੱਡ ਕੇ ਫਲ ਤਿਆਗ ਕੇ ਤ੍ਰਿਣ ਘਾਹ ਆਦਿਕ ਜਿਹੜਾ ਸੀ ਉਹ ਖਾਣਾ ਸ਼ੁਰੂ ਕੀਤਾ। ਸੂਕੇ ਪਰਨ ਤੀਸਰੇ ਮਾਸਾ। ਤੇ ਜਦੋਂ ਇਸ ਪ੍ਰਕਾਰ ਦੇ ਨਾਲ 2 ਮਹੀਨੇ ਬਤੀਤ ਹੋ ਗਏ ਤੇ ਜਦੋਂ ਤੀਜਾ ਮਹੀਨਾ ਭਗਤੀ ਕਰਦਿਆਂ ਪਰਮੇਸ਼ਰ ਦੀ ਇਬਾਦਤ ਕਰਦਿਆਂ ਆਰੰਭ ਹੋਇਆ, ਤੀਸਰੇ ਮਹੀਨੇ ਤੋਂ ਫਿਰ ਜਿਹੜੇ ਸੁੱਕੇ ਪੱਤੇ ਸਨ ਉਹ ਸੁੱਕੇ ਪੱਤੇ ਜਿਹੜੇ ਖਾਣੇ ਸ਼ੁਰੂ ਕੀਤੇ ਹਨ। ਖਾਏ ਰਹੇ ਸਿਮਰੇ ਸੁਖ ਰਾਸਾ। ਤੇ ਸੁੱਕੇ ਪੱਤੇ ਖਾ ਕੇ ਸੁੱਖਾਂ ਦੇ ਰਾਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਵਿੱਚ ਜੁੜੇ ਰਹਿੰਦੇ, ਉਸ ਪ੍ਰਭੂ ਦੀ ਭਗਤੀ ਵਿੱਚ ਲੀਨ ਰਹਿੰਦੇ। ਨਵਵੇਂ ਦਿਵਸ ਪਾਏ ਮੁਖ ਸੋ। ਤੇ ਹੁਣ ਤੀਜੇ ਮਹੀਨੇ ਵਿੱਚ ਜਾ ਕੇ 9ਵੇਂ ਦਿਨ ਸੁੱਕੇ ਪੱਤੇ ਮੁਖ ਵਿੱਚ ਪਾਉਣੇ। 8 ਦਿਨ ਭੁੱਖੇ ਰਹਿਣਾ ਤੇ 9ਵੇਂ ਦਿਨ ਜਾ ਕੇ ਜਿਹੜੇ ਸੁੱਕੇ ਪੱਤੇ ਨੇ ਉਹ ਆਪਣੇ ਮੁਖ ਵਿੱਚ ਪਾਉਣੇ, ਉਹਨਾਂ ਦਾ ਆਹਾਰ ਕਰਨਾ 9ਵੇਂ ਦਿਨ ਜਾ ਕੇ। ਨੀਰ ਪਰਨ ਸੂਕੇ ਹੈ ਜੋ। ਜਿਨ੍ਹਾਂ ਦੇ ਵਿੱਚੋਂ ਨੀਰ, ਜਦੋਂ ਕਿਉਂਕਿ ਪਾਣੀ ਪੱਤੇ ਵਿੱਚੋਂ ਸੁੱਕ ਜਾਂਦਾ ਹੈ, ਪੱਤਾ ਸੁੱਕ ਜਾਂਦਾ ਹੈ, ਤਾਂ ਉਹ ਸੁੱਕੇ ਹੋਏ ਜਿਹੜੇ ਪੱਤੇ ਨੇ ਜਿਨ੍ਹਾਂ ਵਿੱਚੋਂ ਪਾਣੀ ਵੀ ਖਤਮ ਹੋ ਚੁੱਕਾ, ਉਹ ਸੁੱਕੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਹਨ। ਚੌਥੋ ਮਾਸ ਬਹੁਰ ਜਬ ਆਇਓ। ਤੇ ਹੁਣ ਜਦੋਂ ਚੌਥਾ ਮਹੀਨਾ ਆਰੰਭ ਹੋਇਆ ਹੈ, ਦੁਆਦਸ਼ ਦਿਵਸਨ ਮੈਂ ਤਬ ਖਾਇਓ। ਤੇ ਦੁਆਦਸ਼ ਉਦੋਂ ਫਿਰ ਬਹੁਤ ਜਿਹੜਾ ਹੈ ਘੱਟ ਭੋਜਨ ਮੁਖ ਦੇ ਵਿੱਚ ਪਾਉਂਦੇ ਹਨ। 12ਵੇਂ ਦਿਨ ਜਾ ਕੇ ਮੁਖ ਦੇ ਵਿੱਚ ਕੁਝ ਭੋਜਨ ਪਾਉਣਾ। ਮਾਸ ਪਾਂਚਵੇਂ ਪੌਣ ਆਹਾਰੀ। ਤੇ ਜਦੋਂ 5ਵਾਂ ਮਹੀਨਾ ਆਰੰਭ ਹੋਇਆ, 5ਵੇਂ ਮਹੀਨੇ ਤੇ ਜਾ ਕੇ ਇਹ ਅਵਸਥਾ ਬਣ ਗਈ, ਪੌਣ ਆਹਾਰੀ ਹੋ ਗਏ। ਹੁਣ ਖਾਣ ਪੀਣ ਦੀ ਲੋੜ ਹੀ ਨਹੀਂ ਪੈਂਦੀ। ਪਹਿਲਾਂ ਤੀਜੇ ਦਿਨ, ਫਿਰ 9ਵੇਂ ਦਿਨ, ਫਿਰ 12ਵੇਂ ਦਿਨ, ਫਿਰ ਜਾ ਕੇ 5ਵਾਂ ਮਹੀਨਾ ਆਰੰਭ ਹੋਇਆ ਤੇ ਖਾਣ ਪੀਣ ਦੀ ਇੱਛਾ ਖਤਮ ਹੋ ਗਈ। ਹੁਣ ਪੌਣ ਆਹਾਰੀ ਹੋ ਗਏ। ਜੀਤ ਸਵਾਸ ਲੀਨੇ ਇੱਕ ਵਾਰੀ। ਤੇ ਜਿਨ੍ਹਾਂ ਨੇ ਇੱਕ ਵਾਰੀ ਸਵਾਸ ਲੈ ਕੇ ਉਸ ਅਕਾਲ ਪੁਰਖ ਪਰਮੇਸ਼ਰ ਦੀ ਇਬਾਦਤ ਕਰਦਿਆਂ ਜਿਨ੍ਹਾਂ ਨੇ ਸਵਾਸਾਂ ਨੂੰ ਵੀ ਜਿੱਤ ਲਿਆ ਸੀ, ਏਕ ਚਰਨ ਪਰ ਹੋਏ ਕਰ ਠਾਂਡੋ। ਹੁਣ ਇੱਕ ਪੈਰ ਤੇ ਖੜੇ ਹੋ ਗਏ। ਕਠਨ ਭਗਤੀ, ਇੱਕ ਪੈਰ ਤੇ ਖੜੇ ਹੋ ਕੇ ਉਸ ਪ੍ਰਭੂ ਦੀ ਆਰਾਧਨਾ ਕਰਨ ਲੱਗੇ, ਭਗਤੀ ਵਿੱਚ ਜੁੜੇ ਹਨ। ਪਇਓ ਬਿਟਪ ਨਿਆਈ ਅਤ ਗਾਡੋ। ਮਾਨੋ ਸਰੀਰ ਇਉਂ ਹੋ ਗਿਆ, ਇਸ ਅਵਸਥਾ ਸਰੀਰ ਦੇ ਇਸ ਤਰ੍ਹਾਂ ਹੋ ਗਈ ਜਿਵੇਂ ਸੁੱਕਾ ਬ੍ਰਿਸ਼ ਜੰਗਲ ਦੇ ਵਿੱਚ ਖੜਾ ਹੋਵੇ, ਉਹ ਹਿਲਦਾ ਜੁਲਦਾ ਨਹੀਂ। ਹੁਣ ਸਰੀਰ ਇੱਕ ਲੱਤ ਦੇ ਭਾਰ ਤੇ ਖੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਬਿਨਾਂ ਹਿੱਲਣ ਜੁਲਣ ਤੋਂ ਸਰੀਰ ਹਿਲਦਾ ਜੁਲਦਾ ਨਹੀਂ। ਸੁੱਕੇ ਬ੍ਰਿਸ਼ ਦੀ, ਸੁੱਕੇ ਰੁੱਖ ਦੀ ਨਿਆਈ ਜੰਗਲ ਦੇ ਵਿੱਚ ਖੜੇ ਭਗਤੀ ਕਰ ਰਹੇ ਹਨ। ਸਭ ਦਿਸ਼ ਤੇ ਮਨ ਰੋਕਨ ਕੀਨੋ। ਸਾਰੀਆਂ ਦਿਸ਼ਾਵਾਂ ਦੇ ਵਿੱਚ ਜਾਣ ਤੋਂ ਮਨ ਨੂੰ ਰੋਕ ਲਿਆ, ਮਨ ਨੂੰ ਕਾਬੂ ਵਿੱਚ ਕੀਤਾ ਹੈ। ਸ਼੍ਰੀ ਕਰਤਾਰ ਚਰਨ ਮੈਂ ਦੀਨੋ। ਇਸ ਪ੍ਰਕਾਰ ਦੇ ਨਾਲ ਸ਼੍ਰੀ ਕਰਤਾਰ, ਉਸ ਕਰਤਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨ ਹਿਰਦੇ ਵਿੱਚ ਵਸਾਏ ਹਨ। ਮਨ ਦੇ ਅੰਦਰ, ਹਿਰਦੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੋਇਆ ਇਬਾਦਤ ਕਰ ਰਹੇ ਹਨ। ਜੋ ਮੈਂ ਦਾਦਿਕ ਬੌਰ ਪ੍ਰਧਾਨਾ। ਜੋ ਇਸ ਪ੍ਰਕਿਰਤੀ ਦਾ, ਮਹੱਤਵ ਦਾ ਜੋ ਪ੍ਰਧਾਨ ਹੈ, ਮਾਲਕ ਹੈ, ਸਾਰੇ ਜਗਤ ਦੇ ਮੂਲ ਦਾ ਕਾਰਨ ਅਕਾਲ ਪੁਰਖ ਪਰਮੇਸ਼ਰ ਹੈ। ਸਭ ਕੋ ਹੈ ਆਧਾਰ ਭਗਵਾਨਾ। ਸਾਰਿਆਂ ਨੂੰ ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਹੈ। ਸਾਰੇ ਜਗਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਹੈ, ਜਿਹੜਾ ਸਾਰੇ ਜਗਤ ਦਾ ਮੂਲ ਹੈ। ਤੈਂ ਕੋ ਧਿਆਨ ਅਡੋਲ ਸੋ ਧਰ ਕੈ। ਉਸ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰੇ ਜਗਤ ਦਾ ਮੂਲ ਹੈ, ਸਾਰੇ ਜਗਤ ਦਾ ਆਸਰਾ ਹੈ, ਬੜੇ ਅਡੋਲ ਚਿੱਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਾਰਨ ਕੀਤਾ ਹੋਇਆ ਹੈ। ਰਿਓ ਠਾਂਡ ਔਰ ਦ੍ਰਿੜਤਾ ਕਰਕੇ। ਰਿਓ ਠਾਂਡ, ਖੜੇ ਹੋ ਕੇ ਬੜੇ ਮਨ ਦੇ ਅੰਦਰ ਦ੍ਰਿੜਤਾ ਧਾਰਨ ਕਰਕੇ ਭਗਤੀ ਕਰ ਰਹੇ ਹਨ। ਰੋਕ ਸਵਾਸ ਜਬ ਕੀਏ ਅਸ ਕਰਨੀ। ਸਵਾਸਾਂ ਨੂੰ ਰੋਕ ਕਰਕੇ ਇਸ ਪ੍ਰਕਾਰ ਦੇ ਨਾਲ ਜਦੋਂ ਪਰਮੇਸ਼ਰ ਦੀ ਇਬਾਦਤ ਕਰਦੇ ਹਨ, ਡਗਮਗ ਡੋਲ ਗਈ ਸਭ ਧਰਨੀ। ਤੇ ਜਦੋਂ ਸਵਾਸ ਰੋਕ ਲਏ, ਸਵਾਸ ਰੋਕ ਕੇ ਹੁਣ ਅਡੋਲ ਅਵਸਥਾ ਦੇ ਵਿੱਚ ਪਰਮੇਸ਼ਰ ਦਾ ਧਿਆਨ ਧਰਿਆ ਹੋਇਆ ਹੈ ਤੇ ਇਬਾਦਤ ਵਿੱਚ ਜੁੜੇ ਹੋਏ ਨੇ, ਇੱਧਰ ਸਵਾਸ ਰੁਕੇ ਹੋਏ ਨੇ, ਤੇ ਜਿਹੜੇ ਧਰਤੇ ਸੀ
ਇਹ ਡੋਲ ਗਈ ਹੈ। ਸਭ ਕੇ ਸਵਾਸ ਰੁਕੇ ਤੈ ਕਾਲਾ। ਉਸ ਵਕਤ ਉਸ ਸਮੇਂ ਜਿਸ ਸਮੇਂ ਦੇ ਅੰਦਰ ਆਪਣੇ ਸਵਾਸਾਂ ਨੂੰ ਰੋਕ ਕੇ ਸਵਾਸਾਂ ਤੇ ਜਿੱਤ ਪਾ ਕੇ ਕਾਬੂ ਕਰਕੇ ਪਰਮੇਸ਼ਰ ਦੀ ਇਬਾਦਤ ਵਿੱਚ ਜੁੜੇ, ਉਸ ਸਮੇਂ ਦੇ ਵਿੱਚ ਮਾਨੋ ਸਾਰਿਆਂ ਦੇ ਸਵਾਸ ਰੁਕ ਗਏ ਹੋਣ, ਧਰਤੀ ਡਾਵਾਡੋਲ ਹੋ ਗਈ। ਜਗ ਮੈਂ ਖਰ ਪਰ ਪਰਿਓ ਬਿਸਾਲਾ। ਤੇ ਜਗਤ ਦੇ ਵਿੱਚ ਚਾਰੇ ਪਾਸੇ ਘਬਰਾਹਟ ਪੈਦਾ ਹੋ ਗਈ, ਚਾਰੇ ਪਾਸੇ ਰੌਲਾ ਪੈ ਗਿਆ, ਘਬਰਾਹਟ ਜਿਹੜੀ ਸੀ ਉਹ ਸਾਰੇ ਪਾਸੇ ਹੋ ਗਈ ਹੈ। ਤੈ ਛਿਨ ਅਮਰ ਗਏ ਹਰ ਸ਼ਰਨਾ। ਉਸੇ ਵਕਤ ਉਸੇ ਘੜੇ ਉਸੇ ਸਮੇਂ ਜਿੰਨੇ ਵੀ ਦੇਵਤੇ ਸਨ ਉਹ ਵਿਸ਼ਨੂੰ ਜੀ ਦੇ ਕੋਲ ਚੱਲ ਕੇ ਗਏ। ਇੱਕ ਮਨ ਹੋਏ ਬਹੁ ਬਿਦ ਜਸ ਬਰਨਾ। ਇੱਕ ਮਨ ਹੋ ਕੇ ਸਾਰਿਆਂ ਨੇ ਵਿਸ਼ਨੂੰ ਦਾ ਜਸ ਵਰਣਨ ਕੀਤਾ ਹੈ। ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ। ਕਹਿਣ ਲੱਗੇ ਹੇ ਈਸ਼ਵਰ, ਵਿਸ਼ਨੂੰ ਨੂੰ ਬੇਨਤੀ ਕਰਨ ਲੱਗੇ ਕਿ ਇਹ ਕੈਸਾ ਸਮਾਂ ਬਣਿਆ, ਕੀ ਕਾਰਨ ਬਣਿਆ ਕਿ ਸਾਰਿਆਂ ਦੇ ਸਵਾਸ ਜਿਹੜੇ ਨੇ ਉਹ ਰੁਕ ਗਏ ਨੇ। ਇਹ ਸਾਰਿਆਂ ਦੇ ਸਵਾਸ ਰੁਕਣ ਦਾ ਕੀ ਕਾਰਨ ਹੈ। ਦੁਖਿਓ ਜਗਤ ਦੀਜੇ ਸੁਖ ਰਾਸਾ। ਜੇ ਜਗਤ ਵਿੱਚ ਕੋਈ ਦੁੱਖ ਹੈ, ਕੋਈ ਜਗਤ ਦੁੱਖ ਪੀੜਾ ਮਹਿਸੂਸ ਕਰ ਰਿਹਾ, ਤਾਂ ਤੁਸੀਂ ਆਪ ਕਿਰਪਾ ਕਰਕੇ ਸੁਖ ਦੇਣਾ ਕਰੋ। ਸ਼੍ਰੀ ਭਗਵੰਤ ਕਈ ਤਬ ਬਾਨੀ। ਉਸ ਵਕਤ ਜਦੋਂ ਇਸ ਪ੍ਰਕਾਰ ਦੇ ਨਾਲ ਬੇਨਤੀ ਕੀਤੀ ਤਾਂ ਉਸ ਵਕਤ ਵਿਸ਼ਨੂੰ ਜੀ ਬੋਲੇ, ਕਹਿਣ ਲੱਗੇ ਮਤ ਭੈ ਕਰੋ ਹੋਏ ਦੁਖ ਹਾਨੀ। ਕਹਿਣ ਲੱਗੇ ਤੁਸੀਂ ਮਨ ਵਿੱਚ ਕੋਈ ਭੈ ਧਾਰਨ ਨਾ ਕਰੋ। ਦੇਵਤਿਆਂ ਨੂੰ ਹੌਸਲਾ ਦਿੱਤਾ, ਕਹਿਣ ਲੱਗੇ ਮਨ ਵਿੱਚ ਕੋਈ ਭੈ ਨਾ ਮੰਨੋ। ਇਹ ਜਿਹੜਾ ਦੁੱਖ ਆਇਆ, ਘੜੀ ਦੁੱਖ ਦੀ ਬਣੀ ਹੈ, ਇਹ ਖਤਮ ਹੋ ਜਾਵੇਗੀ, ਇਹ ਦੁੱਖ ਨਾਸ ਹੋ ਜਾਵੇਗਾ। ਬਾਲ ਭਗਤ ਮਮ ਅਤ ਹਠ ਧਾਰੀ। ਇੱਕ ਬਾਲ ਅਵਸਥਾ ਦਾ ਮੇਰਾ ਭਗਤ ਹੈ ਜਿਹੜਾ ਬੜਾ ਹੱਠ ਧਾਰਨ ਕਰਕੇ ਬੜਾ ਦ੍ਰਿੜ ਜਿਹੜਾ ਹੈ ਇਰਾਦਾ ਲੈ ਕੇ ਮੇਰੀ ਭਗਤੀ ਦੇ ਵਿੱਚ ਲੱਗਾ, ਬਾਲ ਅਵਸਥਾ ਦੇ ਵਿੱਚ ਭਗਤੀ ਕਰ ਰਿਹਾ ਹੈ। ਕੀਨ ਦੁਰਾਸਦ ਤਪ ਜੈ ਭਾਰੀ। ਇਹਨੇ ਬਹੁਤ ਕਠਿਨ ਭਗਤੀ ਜਿਹੜੇ ਕਰਨ ਦੇ ਵਿੱਚ ਉਹ ਲੱਗਾ ਹੋਇਆ ਹੈ। ਅਬ ਮੈਂ ਜਾਉ ਤਾਹੀਂ ਕੇ ਪਾਸਾ। ਹੁਣ ਮੈਨੂੰ ਆਪ ਉਹਦੇ ਕੋਲ ਚੱਲ ਕੇ ਜਾਣਾ ਪਵੇਗਾ। ਜਿਹੜਾ ਮੇਰਾ ਧਿਆਨ ਧਰ ਕੇ ਉਹ ਭਗਤੀ ਕਰ ਰਿਹਾ ਹੈ, ਬੜੀ ਕਠਿਨ ਤਪੱਸਿਆ ਕਰ ਰਿਹਾ ਹੈ, ਉਹਦੇ ਕੋਲ ਮੈਂ ਆਪ ਹੁਣ ਚੱਲ ਕੇ ਜਾਵਾਂਗਾ। ਸਭ ਕੋ ਛੂਟੇ ਰੋਕਨ ਸਵਾਸਾ। ਤੇ ਜਦੋਂ ਮੈਂ ਆਪ ਚੱਲ ਕੇ ਉਹਦੇ ਕੋਲ ਜਾਵਾਂਗਾ, ਜਿਹੜਾ ਸਵਾਸ ਰੋਕ ਕੇ ਜਿਹੜਾ ਮੇਰੀ ਭਗਤੀ ਕਰ ਰਿਹਾ ਹੈ, ਇਬਾਦਤ ਕਰ ਰਿਹਾ ਹੈ, ਮੇਰੇ ਜਾਣ ਦੇ ਨਾਲ ਫਿਰ ਸਾਰਿਆਂ ਦੇ ਰੁਕੇ ਹੋਏ ਜਿਹੜੇ ਸਵਾਸ ਹਨ ਉਹ ਚੱਲ ਪੈਣਗੇ। ਸੁਨਿਮ ਬਾਣੀ ਅਮਰ ਪਦਾਰੇ। ਇਸ ਤਰ੍ਹਾਂ ਦੇ ਨਾਲ ਸਾਰਿਆਂ ਨੇ ਬਾਣੀ ਸੁਣੀ ਹੈ ਤੇ ਵਿਸ਼ਨੂੰ ਜੀ ਗਰੁੜ ਤੇ ਚੜ ਕੇ ਜਿਹੜਾ ਹੈ ਆਪਣੇ ਸਵਾਰ ਹੋ ਕੇ ਚੱਲੇ ਹਨ। ਜੈ ਤੈ ਤਿਨ ਕੇ ਹੁਤੇ ਬਸਾਰੇ। ਜਿੱਥੇ ਉਹਨਾਂ ਦੇ ਵਸਾਏ ਹੋਏ ਭਗਤੀ ਦੇ ਵਿੱਚ ਜੁੜੇ ਹੋਏ ਹਨ। ਸ਼੍ਰੀ ਭਗਵੰਤ ਚੜੇ ਉਰਗਾਰੀ। ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਸਵਾਰ ਹੋ ਕਰਕੇ ਉਸ ਸਥਾਨ ਤੇ ਵਿਸ਼ਨੂੰ ਜੀ ਪਹੁੰਚੇ ਹਨ। ਆਏ ਜਹਾਂ ਕਰੇ ਤਪ ਭਾਰੀ। ਤੇ ਉੱਥੇ ਪਹੁੰਚੇ ਜਿੱਥੇ ਧਰੂ ਜੀ ਭਾਰੀ ਤਪ ਕਰ ਰਹੇ ਨੇ, ਕਠਿਨ ਤਪੱਸਿਆ ਸਾਧ ਰਹੇ ਨੇ, ਭਾਰੀ ਤਪ ਸਾਧਨਾ ਕਰ ਰਹੇ, ਉਸ ਸਥਾਨ ਤੇ ਆ ਕੇ ਪਹੁੰਚੇ ਹਨ। ਮਨ ਇੰਦਰੀ ਕਰ ਅਚਲ ਸਮਾਧੀ। ਤੇ ਮਨ ਇੰਦਰੀਆਂ ਨੂੰ ਜਿਨ੍ਹਾਂ ਨੇ ਵਸ ਵਿੱਚ ਕੀਤਾ, ਜਿਹੜੇ ਅਚਲ ਸਮਾਧੀ ਦੇ ਵਿੱਚ ਲੀਨ ਹਨ। ਕੇਵਲ ਕੇਸ਼ਵ ਚਰਨ ਆਰਾਧੀ। ਕੇਵਲ ਕੇਸ਼ਵ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਕੇ ਆਰਾਧਨਾ ਕਰ ਰਹੇ ਹਨ। ਹਿਰਦੇ ਸਰੂਪ ਬਸਾਏ ਅਨੂਪਾ। ਜਿਹੜਾ ਉਹ ਉਪਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਹੈ, ਉਹਨੂੰ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ। ਨਹੀਂ ਵੈਰ ਕੋ ਪਿਖੇ ਸਰੂਪਾ। ਉਹ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਤੋਂ ਬਿਨਾ ਹੋਰ ਦੂਜੇ ਦਾ ਕੋਈ ਧਿਆਨ ਖਿਆਲ ਵੀ ਮਨ ਵਿੱਚ ਨਹੀਂ ਆਉਂਦਾ। ਐਸਾ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਜਿਹੜੀ ਕਠਿਨ ਤਪੱਸਿਆ ਸਾਧ ਰਹੇ, ਜਿੱਥੇ ਬੈਠ ਕੇ ਧਰੂ ਜੀ ਭਗਤੀ ਕਰ ਰਹੇ ਸਨ। ਜਬ ਸ਼੍ਰੀ ਹਰਿ ਕੀਏ ਅੰਤਰ ਧਿਆਨੇ। ਜਦੋਂ ਅੰਤਰ ਧਿਆਨ ਹੋਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਬੈਠੇ ਸਨ ਤੇ ਵਿਸ਼ਨੂੰ ਜੀ ਪਹੁੰਚੇ ਨੇ ਤੇ ਜਿਹੜਾ ਧਰੂ ਜੀ ਦਾ ਧਿਆਨ ਸੀ ਅੰਦਰ ਦਾ ਉਹ ਦੂਰ ਕਰ ਦਿੱਤਾ। ਜਿਹੜਾ ਧਿਆਨ ਹਿਰਦੇ ਵਿੱਚ ਮੂਰਤ ਵਸਾਈ ਹੋਈ ਸੀ ਪਰਮੇਸ਼ਰ ਦੇ, ਉਹ ਵਸਾ ਕਰਕੇ ਧਿਆਨ ਧਰ ਕੇ ਭਗਤੀ ਵਿੱਚ ਜੁੜੇ ਸਨ, ਉਹ ਧਿਆਨ ਜਿਹੜਾ ਦੂਰ ਕਰ ਦਿੱਤਾ।
ਤਬ ਪੰਕਜ ਸੇ ਨੈਣ ਖੁਲਾਨੇ। ਤਾਂ ਉਸ ਵਕਤ ਜਿਹੜੇ ਨੈਣ ਮੁੰਦੇ ਹੋਏ ਸਨ, ਉਹ ਬੰਦ ਨੇਤਰ ਸਨ, ਮੁੰਦੇ ਹੋਏ ਨੈਣ ਖੁੱਲੇ ਨੇ। ਜਦੋਂ ਅੰਦਰੋਂ ਧਿਆਨ ਹਟਿਆ ਤੇ ਬੰਦ ਹੋਏ ਨੇਤਰ, ਜਦੋਂ ਮੁੰਦੇ ਹੋਏ ਨੈਣ ਖੁੱਲੇ ਹਨ। ਸੋ ਸਰੂਪ ਟਿਗ ਬਾਹਿਰ ਦੇਖਾ। ਤੇ ਜਿਹੜਾ ਸਰੂਪ ਹਿਰਦੇ ਦੇ ਅੰਦਰ ਧਾਰਨ ਕੀਤਾ ਸੀ, ਇਬਾਦਤ ਕਰ ਰਹੇ ਸਨ, ਭਗਤੀ ਕਰ ਰਹੇ ਸਨ, ਸਰੂਪ ਨੂੰ ਹਿਰਦੇ ਵਿੱਚ ਵਸਾ ਕੇ, ਤੇ ਜਦੋਂ ਹਿਰਦੇ ਵਿੱਚੋਂ ਸਰੂਪ ਦੂਰ ਹੋਇਆ, ਧਿਆਨ ਖੁੱਲਿਆ, ਨੇਤਰ ਖੁੱਲੇ ਨੇ, ਤੇ ਖੁੱਲੇ ਨੇਤਰਾਂ ਦੇ ਨਾਲ ਉਹੀ ਸਰੂਪ ਆਪਣੇ ਸਾਹਮਣੇ ਉਹਨਾਂ ਨੇ ਧਰਤੀ ਤੇ ਜਿਹੜਾ ਹੈ ਉਹ ਵੇਖਣਾ ਕੀਤਾ ਹੈ। ਪਰਿਓ ਦੰਡਵਤ ਪ੍ਰੇਮ ਵਿਸ਼ੇਖਾ। ਇਸ ਪ੍ਰਕਾਰ ਦੇ ਨਾਲ ਲੰਮੇ ਪੈ ਕੇ ਡੰਡਵਤ ਡੰਡੌਤ ਜਿਹੜੀ ਹੈ ਉਹ ਕਰਨਾ ਕੀਤੀ ਹੈ ਧਰੂ ਜੀ ਨੇ। ਤੇ ਇਸ ਪ੍ਰਕਾਰ ਦੇ ਨਾਲ ਹੁਣ ਜਿਹੜਾ ਧਿਆਨ ਧਰ ਕੇ ਪਰਮੇਸ਼ਰ ਦੀ ਇਬਾਦਤ ਵਿੱਚ ਜੁੜੇ ਨੇ, ਉਹ ਹੁਣ ਵਿਸ਼ਨੂੰ ਜੀ ਪਹੁੰਚੇ ਨੇ। ਕਿਵੇਂ ਬਖਸ਼ਿਸ਼ ਰਹਿਮਤ ਕਰਦੇ ਨੇ ਆਪ ਜੀ ਅਗਲੇ ਪ੍ਰਕਰਣ ਦੇ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਵਿਚਾਰਾਂ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਜਿਹੜਾ ਆਪਾਂ ਮਹਾਨ ਸ੍ਰੇਸ਼ਟ ਸੁਜਾਸੇ ਸਰਵਣ ਕਰ ਰਹੇ ਹਾਂ, ਵਿਚਾਰ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 हे अच्युत हे पार ब्रह्म ਅਬਨਾਸੀ ਅਗਨਾਸ हे पूरण हे सर्वमय ਪੰਜਨ ਗੁਣਤਾਸ हे संग हे निरंकार ਨਿਰਗੁਣ ਸਭ ਟੇਕ हे गोविंद हे गुण निधान ਜਾਂ ਕੀ ਸਦਾ ਬਬੇਤ हे अपरंपर हर हरे ਹੈ ਪੀਓ ਅਣਹਾਰ हे संत कै सदा संग ਧਾਰਾ ਆਧਾਰ हे ठाकुर हूँ दास रो ਮੈਂ ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋ ਈਐ ਪਰੋਏ आए प्रभु शरणागत ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤੇ ਨਿਹਾਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवा दे ਔਰ ਪਾਰੇ ਉਤਾਰ ਨਿਆਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर सेवा दे ਔਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।